For thousands of years, we have been hearing and listening to people saying, Rab hega ya, almighty, all powerful. And most of us, for thousands of years, साडी conditioning ऐसी है that we look upon to the sky, ਉੱਪਰ ਨੂੰ ਦੇਖਦੇ ਆ ਤੇ ਕਹਿੰਦੇ ਉੱਪਰ ਵਾਲਾ ਆਏਗਾ, ਉੱਪਰ ਵਾਲੇ ਕੋਲੋਂ ਮੰਗੋ। ਤੋ ਇੱਕ ਸਾਡਾ ਭਰਮ ਸੀ ਕਿ ਉਹ ਪਰਮਾਤਮਾ ਕਿਤੇ ਉੱਪਰ ਬੈਠਾ ਆ, ਪਰਮਾਤਮਾ ਕਿਤੇ 7ਵੇਂ ਅਸਮਾਨ ਤੇ on the 7th of the sky, the God resides there with beautiful palace, ਉੱਥੇ ਇੱਕ heaven ਹੈ, ਉੱਥੇ ਉਹ ਰਹਿੰਦਾ ਆ। ਤੋ ਉਹ ਭਰਮ ਸਾਡੇ ਮਨ 'ਚ ਇੱਕ ਇਲੂਜ਼ਨ ਪਾਤੀ ਗਈ ਕਿ ਰੱਬ ਸਾਡੇ ਤੋਂ ਵੱਖ ਹੈ, ਕਿਤੇ ਉਹ ਇੱਕ ਅਲੱਗ ਪਰਸਨ ਹੈ who sits somewhere, ਜਿਹੜਾ ਕਿਤੇ ਹੋਰ ਰਹਿੰਦਾ ਤੇ ਅਸੀਂ ਉਹਦੇ ਕੋਲ ਜਾਣਾ ਹੈ ਜਾਂ ਅਸੀਂ ਉਸ ਨੂੰ ਦੇਖਣਾ ਹੈ। ਕਿੱਥੇ ਰਹਿੰਦਾ ਆ? ਗੁਰਬਾਣੀ ਵਿੱਚ ਬੇਅੰਤ ਸ਼ਬਦ ਨੇ। you'll find numerous of ਸ਼ਬਦਸ in ਗੁਰੂ ਗ੍ਰੰਥ ਸਾਹਿਬ ਮਹਾਰਾਜ pertaining to this subject ਕਿ ਪ੍ਰਮਾਤਮਾ ਕਿੱਥੇ ਰਹਿੰਦਾ, ਉਹ ਕਿਹੋ ਜਿਹਾ ਆ। ਸਾਧ ਸੰਗਤ, ਜਿਹੜਾ ਸਿੱਖ ਮਤ ਹੈ ਨਾ, ਸਿੱਖ ਆਈਡੀਓਲੋਜੀ doesn't believe in a God who is separate than us। ਕੋਈ ਸੈਪਰੇਟ ਆਈਡੈਂਟੀਟੀ, ਕੋਈ ਸੈਪਰੇਟ ਐਂਟੀਟੀ, ਕੋਈ ਸੈਪਰੇਟ ਉਹਦਾ ਚਿਹਰਾ, ਕੋਈ ਫੇਸ, ਕੋਈ ਆਈਜ਼, ਕੋਈ ਉਹਦੀਆਂ ਵੱਖਰੀਆਂ ਗੁਰਮਤ ਵਿੱਚ ਅਸੀਂ ਨਹੀਂ ਮੰਨਦੇ, ਸਿੱਖ ਮਤ ਵਿੱਚ ਨਹੀਂ ਮੰਨਿਆ ਜਾਂਦਾ ਕਿ ਰੱਬ ਕੋਈ ਵੱਖਰਾ ਹੈਗਾ, ਕਿਤੇ ਹੋਰ ਬੈਠਾ ਆ, ਜਾਂ we have to meet him or find him or search him somewhere in jungles or on the mountains or in the caves, we have to sit over there and find and search God। ਸਿੱਖ ਮਤ, ਸਿੱਖ ਆਈਡੀਓਲੋਜੀ ਇਸ ਚੀਜ਼ 'ਚ ਬਿਲੀਵ ਨਹੀਂ ਕਰਦੀ। ਸਿੱਖ ਮਤ ਵਿੱਚ ਜੋ ਪਰਮਾਤਮਾ ਹੈ ਉਹ ਇੱਕ ਓਂਕਾਰ ਹੈ, ਇੱਕ ਓਂਕਾਰ ਹੀ ਹੈ। ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿਨ ਨਹੀਂ ਕੋਈ। ਅਕੋਰਡਿੰਗ ਟੂ ਸਿੱਖ ਫਿਲਾਸਫੀ, ਸਭ ਗੋਬਿੰਦ ਹੀ ਹੈ, ਸਭ ਪਰਮਾਤਮਾ ਹੀ ਹੈ। ਐਵਰੀਥਿੰਗ ਇਜ਼ ਦ ਲਾਰਡ ਹਿਮਸੈਲਫ। ਉਹ ਆਪ ਹੀ ਹੈ ਸਭ ਕੁਛ, ਸਾਡੇ ਅੰਦਰ, ਸਾਡੇ ਬਾਹਰ, ਸਭ ਕੁਛ। ਫਰੀਦਾ ਖਾਲਕ ਖਲਕ ਮੈਂ, ਖਲਕ ਵਸੇ ਰੱਬ ਮਾਹੇ। ਜਿੱਦਾਂ ਬਾਬਾ ਫਰੀਦ ਜੀ ਆਪਣੀ ਬਾਣੀ 'ਚ ਬਚਨ ਕਰਦੇ ਨੇ ਕਿ ਇਹ ਜੋ ਖਾਲਕ ਖਲਕ ਵਿੱਚ ਬੈਠਾ ਹੋਇਆ, ਦ ਕ੍ਰੀਏਟਰ ਲਿਵਸ ਇਨ ਦ ਕ੍ਰੀਏਸ਼ਨ ਐਂਡ ਦ ਕ੍ਰੀਏਸ਼ਨ ਇਟਸੈਲਫ ਇਜ਼ ਲਿਵਿੰਗ ਇਨ ਦ ਕ੍ਰੀਏਟਰ। ਕਿੰਨੀ ਸੋਹਣੀ ਗੱਲ ਹੈ। ਦ ਕ੍ਰੀਏਟਰ ਇਜ਼ ਲਿਵਿੰਗ ਇਨ ਦ ਕ੍ਰੀਏਸ਼ਨ। ਉਹ ਖਾਲਕ ਜਿਹੜਾ ਹੈ ਖਲਕ ਵਿੱਚ, ਕ੍ਰੀਏਸ਼ਨ ਵਿੱਚ ਰਹਿ ਰਿਹਾ, ਜੋ ਬਣਾਈ ਹੋਈ ਰਚਨਾ ਉਹਦੇ ਵਿੱਚ ਉਹ ਆਪ ਰਹਿ ਰਿਹਾ। ਸਾਡੇ ਅੰਦਰ, ਸਾਰਿਆਂ ਦੇ ਅੰਦਰ ਸਭ ਮੈਂ ਜੋਤ ਜੋਤ ਹੈ ਸੋਏ। ਤੇ ਨਾਲ ਦੇ ਨਾਲ ਇਹ ਕਹਿ ਦਿੱਤਾ ਖਲਕ ਵਸੇ ਰੱਬ ਮਾਹੇ। ਤੇ ਜਿੰਨੀ ਕ੍ਰੀਏਸ਼ਨ ਹੈ, ਇਹ ਜਿੰਨੀ ਖਲਕਤ ਹੈ, ਜਿੰਨੇ ਅਸੀਂ ਸਾਰੇ ਹਾਂ, ਅਸੀਂ ਉਹਦੇ ਵਿੱਚ ਹੀ ਰਹਿ ਰਹੇ। ਜਿਵੇਂ ਬਾਣੀ 'ਚ ਫਰਮਾਨ ਆਉਂਦਾ ਨਾ ਕਿ ਜਿਵੇਂ ਘੜਾ ਹੁੰਦਾ ਆ, ਉਹਦੇ ਅੰਦਰ ਵੀ ਸਪੇਸ ਹੈ, ਬਾਹਰ ਵੀ ਸਪੇਸ ਹੈ। ਉਹਨੂੰ ਤੋੜਤਾ ਜਾਵੇ ਤੇ ਸਪੇਸ ਕਿੱਥੇ ਗਈ? ਸਾਡੇ ਅੰਦਰ ਵੀ ਉਹੀ ਹੈ, ਬਾਹਰ ਵੀ ਉਹੀ ਹੈ। ਇਹ ਬਸ ਭਾਂਡੇ ਹੀ ਨੇ ਜੋ ਅਸੀਂ ਸਰੀਰ ਦੇਖ ਰਹੇ ਹਾਂ। ਥੀਸ ਆਰ ਵੈਸਲਸ। ਜਦੋਂ ਇਹ ਟੁੱਟਦੀ ਹੈ, ਖਤਮ ਹੁੰਦੀ ਹੈ, ਉਹ ਅੰਦਰਲੀ ਜੋਤ ਉਹਦੇ 'ਚ ਫਿਰ ਲੀਨ ਹੋ ਜਾਂਦੀ ਹੈ, ਮਰਜ ਹੋ ਜਾਂਦੀ ਹੈ। ਸਤਿਗੁਰੂ ਜੀ, ਗੁਰੂ ਤੇਗ ਬਹਾਦਰ ਸਾਹਿਬ ਇਸ ਸ਼ਬਦ ਦੇ ਵਿੱਚ ਸਾਨੂੰ ਇੱਕ ਹੋਰ ਬੜੇ ਸੋਹਣੇ ਤਰੀਕੇ ਨਾਲ ਈਜ਼ੀਲੀ ਅੰਡਰਸਟੈਂਡ ਕਰਨ ਲਈ ਐਗਜ਼ਾਮਪਲਸ ਦੇ ਕੇ ਸਮਝਾਉਂਦੇ ਨੇ ਕਿ ਮੇਰੇ ਮਨਾ, ਇਹ ਭਰਮ ਜਿਹੜੇ ਨੇ, ਭੁਲੇਖੇ ਛੱਡ ਦੇ ਕਿ ਰੱਬ ਕਿਤੇ ਦੂਰ ਹੈ। ਉਹ ਸਾਡੀ ਗੱਲ ਸੁਣਦਾ ਹੈ ਕਿ ਨਹੀਂ ਸੁਣਦਾ, whether he is listening to us or not, because many times ਸਾਧ ਸੰਗਤ it happens with us ਕਿ ਅਸੀਂ ਆਪਣੀ ਲਾਈਫ ਦੇ ਵਿੱਚ ਕੁਝ ਸਟਰਗਲਸ ਕਰ ਰਹੇ ਹਾਂ, ਕੋਈ ਚੈਲੰਜਸ ਦਾ ਸਾਹਮਣਾ ਕਰ ਰਹੇ ਹਾਂ, ਦੁੱਖ ਆ ਰਹੇ ਨੇ, ਮੁਸੀਬਤਾਂ ਆ ਰਹੀਆਂ ਨੇ, ਤੇ ਬਹੁਤ ਵਾਰ ਸਾਡੇ ਮਨਾਂ 'ਚ ਇਹ ਗੱਲ ਆ ਜਾਂਦੀ ਹੈ ਕਿ ਰੱਬ ਸਾਡੀ ਸੁਣਦਾ ਵੀ ਪਿਆ, is the God or ਵਾਹਿਗੁਰੂ is listening to our prayers or not, ਕਿਤੇ ਸੁਣਦਾ ਵੀ ਹੈ ਜਾਂਦੀ ਹੈ। ਉਹੀ ਜਿਹੜਾ ਭਰਮ ਹੈ ਉਸ ਨੂੰ ਦੂਰ ਕਰਨਾ ਅੱਜ ਅਸੀਂ, ਕਿ ਉਹ ਪ੍ਰਮਾਤਮਾ ਕਿੱਥੇ ਰਹਿੰਦਾ ਆ, where does ਵਾਹਿਗੁਰੂ lives and how does he listen to us। ਉਹ ਕਿਵੇਂ ਸਾਨੂੰ ਸੁਣਦਾ ਹੈ, ਸੁਣਦਾ ਵੀ ਹੈ ਕਿ ਨਹੀਂ ਸੁਣਦਾ, ਦੇਖਦਾ ਵੀ ਹੈ ਕਿ ਨਹੀਂ ਦੇਖਦਾ। ਆ ਜਾਂਦਾ ਨਾ ਡਾਊਟ, ਕਿਉਂਕਿ ਭਰਮ ਹੈ ਕਿਤੇ ਦੂਰ ਹੈ, ਸਾਡੇ ਤੋਂ ਅਲੱਗ ਹੈ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ, ਨੇੜਾ ਹੈ ਦੂਰ ਨਾ ਜਾਣੋ, ਨਿਤ ਸਾਰੇ ਸੰਭਾਲੇ। ਨੇੜੇ ਹੈ, ਦੂਰ ਨਹੀਂ ਹੈ। ਪਰ ਸਾਨੂੰ ਕਿਉਂਕਿ ਭਰਮ ਹੈ ਇੱਕ ਵੱਖਰੀ ਸ਼ਖਸੀਅਤ ਦਾ, ਇੱਕ ਡਿਫਰੈਂਟ ਪਰਸਨੈਲਿਟੀ, ਇੱਕ ਡਿਫਰੈਂਟ ਐਂਟੀਟੀ ਦਾ, ਦੈਟਸ ਵਾਈ ਅਸੀਂ ਜਦੋਂ ਤੱਕ ਅੱਖਾਂ ਨਾਲ ਨਹੀਂ ਦੇਖਦੇ ਸਾਨੂੰ ਲੱਗਦਾ ਕਿ ਨਹੀਂ, ਅਸੀਂ ਕਿੱਦਾਂ ਮੰਨ ਲਈਏ, ਅੱਖਾਂ ਨਾਲ ਨਹੀਂ ਦਿਖਾਈ ਦੇ ਰਿਹਾ, ਕਿੱਥੇ ਦੇਖੀਏ ਉਸ ਨੂੰ ਜਾ ਕੇ, ਅੱਖਾਂ ਨਾਲ ਕਿਵੇਂ ਦੇਖਿਆ ਜਾਵੇ, ਬਿਕੋਜ਼ ਵੀ ਬਿਲੀਵ ਇਨ ਵਾਟ ਵੀ ਸੀ ਐਂਡ ਦੈਟਸ ਆਵਰ ਟ੍ਰੈਜੇਡੀ। ਸਾਡੀ ਟ੍ਰੈਜੇਡੀ ਪਤਾ ਕੀ ਹੈ? ਅਸੀਂ ਉਸ ਚੀਜ਼ ਤੇ ਭਰੋਸਾ ਕਰਦੇ ਜੋ ਅਸੀਂ ਦੇਖਦੇ ਹਾਂ, ਐਂਡ ਇਹੀ ਸਭ ਤੋਂ ਵੱਡੀ ਸਾਡੀ ਪ੍ਰੋਬਲਮ ਬਣ ਜਾਂਦੀ ਹੈ। ਸਾਨੂੰ ਲੱਗਦਾ ਕਿ ਜੋ ਅਸੀਂ ਦੇਖਦੇ ਹਾਂ ਉਹ ਬਿਲਕੁਲ ਉਹੀ ਉੱਦਾਂ ਹੀ ਹੁੰਦਾ ਆ, ਪਰ ਅਸੀਂ ਭੁੱਲ ਜਾਂਦੇ ਹਾਂ ਕਿ ਜੋ ਬਹੁਤ ਬਹੁਤ ਨੇੜੇ ਹੁੰਦਾ ਆ ਨਾ, something which is very close to us, we cannot see it, we cannot see our own eye inside। ਆਪਣੀ ਅੱਖ ਦੇ ਅੰਦਰ ਵੀ ਅਸੀਂ ਆਪ ਨਹੀਂ ਦੇਖ ਸਕਦੇ, we need a mirror to see it। ਸਾਡੇ ਅੰਦਰ ਕੀ ਹੈ ਅਸੀਂ ਉਹ ਨਹੀਂ ਦੇਖ ਸਕਦੇ। ਜੋ ਚੀਜ਼ ਬਹੁਤ ਨੇੜੇ ਹੁੰਦੀ ਹੈ, very close, we cannot see it।
ਉਹ ਪ੍ਰਮਾਤਮਾ ਵੀ ਸਾਡੇ ਅੰਦਰ ਹੈ। ਜੀਵਨ ਜੀਆ ਸਾਡੇ ਅੰਦਰ ਲਾਈਫ ਬਣ ਕੇ ਜੀ ਰਿਹਾ, ਹਰ ਸਾਹ ਦੇ ਨਾਲ ਸਾਡੇ ਅੰਦਰ ਹੈ। ਇਫ ਵੀ ਆਰ ਬਰੀਥਿੰਗ ਤਾਂ ਸਾਡੇ ਅੰਦਰ ਹੈ, ਜੇ ਜੀ ਰਹੇ ਹੋ ਤਾਂ ਤੁਹਾਡੇ ਅੰਦਰ ਹੈ। ਸਭ ਮੈਂ ਜੋਤ, ਜੋਤ ਹੈ ਸੋਏ ਤਿਸਦੇ ਚਾਨਣ, ਉਹਦਾ ਚਾਨਣ ਉਹਦੀ ਦਿੱਤੀ ਹੋਈ ਲਾਈਫ ਹੈ, ਇਸ ਕਰਕੇ ਸਾਡੇ ਅੰਦਰ ਚਾਨਣ ਹੈ, ਇਸ ਕਰਕੇ ਲਾਈਫ ਹੈ। ਉਹ ਜੋਤ ਅੰਦਰ ਹੈਗੀ ਹੈ ਤਾਂ ਜਗ ਰਹੇ ਹਾਂ, ਤਾਂ ਅਸੀਂ ਬੋਲ ਰਹੇ ਹਾਂ, ਹੱਸ ਖੇਡ ਰਹੇ ਹਾਂ, ਤੁਰਦੇ ਫਿਰਦੇ ਹਾਂ। ਅਦਰਵਾਈਜ਼ ਇਹ ਵੈਸਲ, ਇਹ ਬੋਡੀ ਬਸ ਪਈ ਦੀ ਪਈ ਰਹਿ ਜਾਂਦੀ। ਉਹ ਭਰਮ ਕਿਵੇਂ ਦੂਰ ਹੋਵੇ? ਗੁਰੂ ਨਾਨਕ ਦੀ 9ਵੀਂ ਜੋਤ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਆਪਣੀ ਬਾਣੀ ਸਾਨੂੰ ਸਮਝਾਉਂਦੇ ਨੇ, ਕਾਹੇ ਰੇ ਬਨ ਖੋਜਨ ਜਾਈ। ਕਿਉਂ ਜਾਂਦੇ ਹੋ ਬਨ ਵਿੱਚ ਲੱਭਣ ਵਿੱਚ? ਬਨ ਹੁੰਦਾ ਜੰਗਲ, ਫੋਰੈਸਟ ਵਿੱਚ। ਪੀਪਲ they are going to forests, jungles, caves, mountains in search of God ਕਿ ਰੱਬ ਮਿਲ ਜਾਏਗਾ। why? because they believe ਕਿ ਘਰ-ਬਾਰ ਛੱਡੋ, ਇੱਥੇ ਬਹੁਤ ਰੌਲਾ ਗੋਲਾ, there's chaos in the world, I cannot sit and concentrate on the name of ਵਾਹਿਗੁਰੂ। तो ਇੱਥੋਂ ਜਾਣਾ ਪਏਗਾ to find some place which is peaceful, silent, where I can sit and meditate। ਕਿ ਕੋਈ ਇਹੋ ਜਿਹਾ ਥਾਂ ਲੱਭੀਏ ਜਿੱਥੇ ਸ਼ਾਂਤੀ ਹੋਵੇ, ਜਿੱਥੇ ਕੋਈ ਸ਼ੋਰ ਨਾ ਹੋਵੇ, ਕੋਈ ਬੰਦਾ ਨਾ ਆਵੇ, ਕੋਈ ਸਾਨੂੰ ਡਿਸਟਰਬ ਨਾ ਕਰੇ, ਉੱਥੇ ਬੈਠ ਕੇ ਅਸੀਂ ਕੰਸਨਟਰੇਟ ਕਰਾਂਗੇ ਤੇ ਫਿਰ ਰੱਬ ਦਿਖਾਈ ਦੇਵੇਗਾ। ਇਨ ਸਰਚ ਆਫ ਗॉड ਪੀਪਲ ਦੇ ਵੈਂਟ ਟੂ ਫੋਰੈਸਟਸ। ਉਹ ਜੰਗਲਾਂ 'ਚ ਗਏ, ਪਹਾੜਾਂ ਤੇ ਗਏ, ਤਪੱਸਿਆ ਕੀਤੀ, ਮੈਡੀਟੇਸ਼ਨਸ ਕੀਤੀ। ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਦੇयर इज नो ਨੀਡ ਟੂ ਡੂ ਦੈਟ। ਉਹਨੂੰ ਲੱਭਣ ਲਈ ਏਦਾਂ ਜੰਗਲਾਂ ਵਿੱਚ ਨਾ ਜਾਓ। ਉੱਥੇ ਵੀ ਹੈਗਾ, ਜੰਗਲ ਵਿੱਚ ਵੀ ਹੈਗਾ, ਪਰ ਸਿਰਫ ਉੱਥੇ ਹੀ ਨਹੀਂ ਹੈ। ਤੁਸੀਂ ਉੱਥੇ ਲੱਭਣ ਜਾ ਰਹੇ ਹੋ, ਯੂ ਆਰ ਟਰਾਈਂਗ ਟੂ ਫਾਈਂਡ ਸਮ ਕੋਈ ਇਸ ਜਗ੍ਹਾ ਵਿੱਚ ਕੋਈ ਸਪੈਸ਼ਲ ਪਲੇਸ ਤੇ ਉਹਨੂੰ ਲੱਭਣ ਨਾ ਜਾਓ। ਕਾਹੇ ਰੇ ਬਨ ਖੋਜਨ ਜਾਈ। ਵਾਈ ਆਰ ਯੂ ਟਰਾਈਂਗ ਟੂ ਸਰਚ ਗॉड ਔਰ ਵਾਹਿਗੁਰੂ ਐਟ ਸਮ ਸਰਟਨ ਪਲੇਸ ਔਰ ਜੰਗਲ ਔਰ ਫੋਰੈਸਟ? ਉੱਥੇ ਕਿਉਂ ਲੱਭਦੇ ਹੋ? ਸਰਬ ਨਿਵਾਸੀ, ਉੱਥੇ ਹਰ ਜਗ੍ਹਾ ਰਹਿ ਰਿਹਾ ਆ। ਗੁਰਮਤ ਵਿੱਚ ਗੁਰੂ ਜੋ ਸਾਨੂੰ ਗਿਆਨ ਦਿੰਦੇ ਨੇ, ਵਿਜ਼ਡਮ ਦਿੰਦੇ ਨੇ, ਸਤਿਗੁਰੂ ਜੀ ਸੇਜ਼ ਸਰਬ ਨਿਵਾਸੀ, ਓਮਨੀ ਪ੍ਰੈਜ਼ੈਂਟ ਹੈ, ਹਰ ਜਗ੍ਹਾ ਹੈ। ਹੀ ਲਿਵਸ ਐਵਰੀਵੇਅਰ, ਹਰ ਜਗ੍ਹਾ, ਸਾਰਿਆਂ ਦੇ ਅੰਦਰ। ਤਾਂ ਉਹ ਕਿਸੇ ਇੱਕ ਥਾਂ ਤੇ ਨਹੀਂ ਕਿ ਇੱਕ ਪਰਟੀਕੂਲਰ ਪਲੇਸ ਹੈ ਉੱਥੇ ਹੀ ਰੱਬ ਰਹਿੰਦਾ ਆ, ਕਿਤੇ ਅਸਮਾਨ 'ਚ ਰਹਿੰਦਾ ਆ ਜਾਂ ਜੰਗਲ ਵਿੱਚ ਰਹਿੰਦਾ ਆ। ਕਿਸੇ ਇੱਕ ਜਗ੍ਹਾ ਤੇ ਨਹੀਂ, ਕਿਸੇ ਇੱਕ ਪ੍ਰੋਪਰ ਪਲੇਸ ਤੇ ਨਹੀਂ, ਸਰਬ ਨਿਵਾਸੀ, ਹਰ ਜਗ੍ਹਾ ਹੈ, ਸਦਾ ਅਲੇਪਾ। ਹੁਣ ਉਹ ਅਲੇਪ ਹੈ। ਅਲੇਪ ਤੋਂ ਭਾਵ ਕਿ ਸਾਡੀਆਂ ਅੱਖਾਂ ਨਾਲ ਨਹੀਂ ਅਸੀਂ ਉਹਨੂੰ ਦੇਖ ਸਕਦੇ, ਸਾਡੀ ਫਿਜ਼ੀਕਲ ਆਈਜ਼ ਨਾਲ ਜਿਹੜੀ ਸਾਡੀ ਇੱਕ ਲਿਮਿਟੇਸ਼ਨ ਹੈ ਦੇਖਣ ਦੀ। ਟੁਕ ਦਮ ਕਰਾਰੀ ਜੋ ਕਰੋ ਹਾਜ਼ਰ ਹਜੂਰ ਖੁਦਾਏ। ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ, ਉੱਥੇ ਹਰ ਵੇਲੇ ਹਾਜ਼ਰ ਹੈ, ਹਰ ਵੇਲੇ, ਹਰ ਜਗ੍ਹਾ, ਨੇੜੇ, ਬਹੁਤ ਨੇੜੇ, ਹਰ ਸਾਜਨ ਸਭ ਕੈ ਨਿਕਟ ਖੜਾ। ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਨੇ, ਡੋਂਟ ਲਿਮਿਟ yourself to certain place to find or search or to meet ਵਾਹਿਗੁਰੂ। ਉਹਨੂੰ ਮਿਲਣ ਵਾਸਤੇ ਤੁਹਾਨੂੰ ਕਿਸੇ ਖਾਸ ਜਗ੍ਹਾ ਦੀ ਲੋੜ ਨਹੀਂ ਹੈ, ਕਿਸੇ ਖਾਸ ਡਰੈਸ ਦੀ ਲੋੜ ਨਹੀਂ ਹੈ, ਕਿਸੇ ਖਾਸ ਤਰ੍ਹਾਂ ਦੇ ਅਲਫਾਜ਼, ਲੈਂਗੁਏਜ ਜਾਂ ਵਰਡਸ ਦੀ ਲੋੜ ਨਹੀਂ ਹੈ। ਉਹ ਤਾਂ ਜਿਨ੍ਹਾਂ ਨੂੰ ਬੋਲਣਾ ਨਹੀਂ ਆਉਂਦਾ, ਜਿਹੜੇ ਗੂੰਗੇ ਨੇ, ਉਹਨਾਂ ਨਾਲ ਵੀ ਗੱਲ ਕਰ ਲੈਂਦਾ ਆ। ਜਿਹੜੇ ਅੰਨੇ ਨੇ, ਬਲਾਈਂਡ ਨੇ, ਦੋਜ਼ ਹੂ ਡੋਂਟ ਹੈਵ ਦਾ ਪਾਵਰ ਆਫ ਵਿਜ਼ਨ, ਦੇ ਕੈਨ ਆਲਸੋ ਸੀ ਇਟ, ਕਿਉਂਕਿ ਉਹ ਅੱਖਾਂ ਨਾਲ ਦੇਖਣ ਦਾ ਸਬਜੈਕਟ ਨਹੀਂ ਹੈ, ਉਹ ਇਹਨਾਂ ਕੰਨਾਂ ਨਾਲ ਸੁਣਨ ਦਾ ਸਬਜੈਕਟ ਨਹੀਂ ਹੈ। ਉਹਦੀ ਆਵਾਜ਼ ਸੁਣਨਾ ਕਿਸੇ ਹੋਰ ਤਰੀਕੇ ਨਾਲ ਸੁਣਿਆ ਜਾਂਦਾ, ਉਹਦੇ ਦਰਸ਼ਨ ਵੀ ਸੁਰਤ ਨਾਲ ਹੁੰਦੇ ਨੇ, ਕੌਨਸ਼ੀਅਸ ਵਿੱਚ ਹੁੰਦੇ ਆ। ਇਸ ਕਰਕੇ ਸਰਬ ਨਿਵਾਸੀ ਤੋ ਹੀ ਸੰਗ ਸਮਾਈ, ਮੇਰੇ ਮਨਾ ਉਹ ਤੇਰੇ ਅੰਦਰ ਸਮਾਇਆ ਹੋਇਆ ਹੈ, ਲਿਵਿੰਗ ਵਿਦਿਨ ਯੂ। ਸਤਿਗੁਰੂ ਜੀ ਅੱਗੇ ਐਗਜ਼ਾਮਪਲਸ ਦਿੰਦੇ ਨੇ ਕਿਵੇਂ ਸਮਾਇਆ ਹੋਇਆ। ਹੁਣ ਸਾਡੇ ਮਨ ਨੂੰ ਕਿਵੇਂ ਭਰੋਸਾ ਆਵੇ? ਅਸੀਂ ਕਿੱਦਾਂ ਮੰਨ ਲਈਏ ਕਿ ਸਮਾਇਆ ਹੋਇਆ? ਬਿਕੋਜ਼ what we believe is what we see। ਅਸੀਂ ਜੋ ਦੇਖਦੇ ਆ ਉਹ ਮੰਨਦੇ ਆ। ਹੁਣ ਗੁਰੂ ਤੇਗ ਬਹਾਦਰ ਸਾਹਿਬ ਇੱਥੇ ਐਗਜ਼ਾਮਪਲ ਦਿੰਦੇ ਨੇ। ਹੀ ਸੇਜ਼ ਪੋਹਪ ਮੱਧ ਜਿਉ ਬਾਸ ਬਸਤ ਹੈ। ਫਲਾਵਰਸ, ਹੈਵ ਯੂ ਸੀਨ ਫਲਾਵਰਸ? ਜਿੱਦਾਂ ਫੁੱਲ ਦੇਖੇ ਆ ਨਾ ਕਦੀ, ਉਹਨਾਂ ਵਿੱਚ ਖੁਸ਼ਬੂ ਹੁੰਦੀ ਹੈ, ਦਿਖਾਈ ਦਿੰਦੀ ਹੈ? ਉਹ ਨਹੀਂ ਦਿਖਾਈ ਦਿੰਦੀ। ਯੂ ਕੈਨ ਨਾਟ ਸੀ ਫ੍ਰੇਗਰੈਂਸ, ਯੂ ਕੈਨ ਫੀਲ ਇਟ। ਦ ਫਲਾਵਰਸ ਦੇ ਹੈਵ ਫ੍ਰੇਗਰੈਂਸ, ਉਹਨਾਂ ਦੇ ਅੰਦਰ ਫ੍ਰੇਗਰੈਂਸ ਹੈ, ਖੁਸ਼ਬੂ ਹੈ, ਪਰ ਉਹ ਦਿਖਾਈ ਨਹੀਂ ਦਿੰਦੀ। ਇਸੇ ਤਰ੍ਹਾਂ ਤੂੰ ਵੀ ਜਾਣ ਮੇਰੇ ਮਨਾ, ਜਿਵੇਂ ਫੁੱਲ ਦੇ ਅੰਦਰ ਖੁਸ਼ਬੂ ਸਮਾਈ ਹੋਈ ਹੈ, ਲਾਈਕ ਦੈਟ ਫ੍ਰੈਗਰੈਂਸ ਇਨ ਦੋਜ਼ ਫਲਾਵਰਸ, ਵਾਹਿਗੁਰੂ ਤੇਰੇ ਅੰਦਰ ਸਮਾਇਆ ਹੋਇਆ ਹੈ। ਉਹ ਫੀਲ ਕਰਨ ਦਾ ਵਿਸ਼ੇ ਹੈ, ਐਕਸਪੀਰੀਅੰਸ ਕਰਨ ਦਾ ਵਿਸ਼ੇ ਹੈ, ਸਬਜੈਕਟ ਹੈ। ਉਹ ਗੱਲਾਂ ਬਾਤਾਂ ਦੇ ਨਾਲ ਜਾਂ ਅੱਖਾਂ ਨਾਲ ਦੇਖਣ ਦਾ ਸਬਜੈਕਟ ਨਹੀਂ। ਯੂ ਕੈਨ ਨਾਟ ਸੀ ਫ੍ਰੇਗਰੈਂਸ, ਤੁਸੀਂ ਖੁਸ਼ਬੂ ਨੂੰ ਦੇਖ ਨਹੀਂ ਸਕਦੇ। ਮੁਕਰ ਮਾਹੇ ਜੈਸੇ ਛਾਈ, ਜਿਵੇਂ ਵੈਨ ਯੂ ਸਟੈਂਡ ਬਿਫੋਰ ਦੈਟ ਮਿਰਰ, ਜਦੋਂ ਤੁਸੀਂ ਇਨ ਫਰੰਟ ਆਫ ਅ ਮਿਰਰ ਖੜੇ ਹੁੰਦੇ ਹੋ, ਉੱਥੇ ਆਪਣਾ ਪਰਛਾਵਾਂ, ਆਪਣੀ ਇਮੇਜ ਦਿਖਾਈ ਦਿੰਦੀ ਹੈ ਨਾ,
ਠੀਕ ਉਸੇ ਤਰ੍ਹਾਂ ਜਿਵੇਂ ਤੁਹਾਡੀ ਇਮੇਜ ਉਸ ਮਿਰਰ ਦੇ ਵਿੱਚ ਹੁੰਦੀ ਹੈ, ਉਸੇ ਤਰ੍ਹਾਂ ਹੀ ਤੁਹਾਡੇ ਅੰਦਰ ਉਹ ਵਾਹਿਗੁਰੂ ਹੈ, ਅੰਦਰ ਹੀ ਹੈ, ਕਿਤੇ ਬਾਹਰ ਨਹੀਂ ਹੈ, ਕਿਸੇ ਵਿਸ਼ੇਸ਼ ਥਾਂ ਤੇ ਕਿਤੇ ਸਪੈਸ਼ਲ ਪਲੇਸ ਤੇ ਉਹ ਨਹੀਂ ਮਿਲਦਾ। ਉਹ ਹਰ ਜਗ੍ਹਾ ਤੁਹਾਡੇ ਨਾਲ ਅੰਦਰ ਸਮਾਇਆ ਹੋਇਆ, ਇੰਜ ਸਮਾਇਆ ਹੋਇਆ, ਇੰਜ ਇੱਕਮਿਕ ਹੈ ਤੁਹਾਡੇ ਨਾਲ, ਜਿਵੇਂ ਫੁੱਲ ਦੇ ਅੰਦਰ ਖੁਸ਼ਬੂ ਹੈ, ਲਾਈਕ ਦਾ ਫ੍ਰੇਗਰੈਂਸ ਇਨ ਦੋਜ਼ ਫਲਾਵਰਸ ਐਂਡ ਦਾ ਇਮੇਜ ਇਨ ਦੈਟ ਮਿਰਰ। ਜਦੋਂ ਤੁਸੀਂ ਮਿਰਰ ਦੇ ਸਾਹਮਣੇ ਖੜੇ ਹੁੰਦੇ ਹੋ, ਉੱਥੇ ਤੁਹਾਡੀ ਇਮੇਜ ਹੁੰਦੀ ਹੈ, ਜਿਵੇਂ ਉਹ ਇਮੇਜ ਵਿੱਚ ਹੈ। ਤੁਸੀਂ ਉਹਨੂੰ ਵੱਖਰਾ ਫਿਜ਼ੀਕਲੀ ਤੇ ਨਾ ਇਮੇਜ ਨੂੰ ਵੱਖਰਾ ਕਰ ਪਾਉਂਦੇ ਮਿਰਰ ਦੇ ਵਿੱਚੋਂ, ਉਹ ਹੈਗੀ ਹੈ ਨਾ, ਉੱਥੇ ਆਈ ਹੈ, ਇਸੇ ਤਰ੍ਹਾਂ ਹੀ ਉਹ ਤੁਹਾਡੇ ਅੰਦਰ ਹੈ। ਤੁਸੀਂ ਉਹਨੂੰ ਟੱਚ ਨਹੀਂ ਕਰ ਪਾਉਂਦੇ ਉਸ ਮਿਰਰ ਇਮੇਜ ਨੂੰ, ਤੁਸੀਂ ਉਹਨੂੰ ਫੀਲ ਨਹੀਂ ਕਰ ਸਕਦੇ ਹੱਥ ਦੇ ਨਾਲ, ਪਰ ਉਹ ਹੈਗੀ ਹੈ। ਸੋ ਇਸੇ ਤਰ੍ਹਾਂ ਹੀ ਉਹ ਵਾਹਿਗੁਰੂ ਤੁਹਾਡੇ ਅੰਦਰ ਸਮਾਇਆ ਹੋਇਆ ਹੈ। ਜ਼ਰੂਰੀ ਨਹੀਂ ਹੈ ਕਿ ਸਾਡੀ ਫਿਜ਼ੀਕਲ ਸੈਂਸਸ ਜਿਹੜੀਆਂ ਨੇ ਉਹਨੂੰ ਫੀਲ ਕਰ ਸਕਣ। ਇਹ ਅਹਿਸਾਸ ਸਾਡੀ ਕੌਨਸ਼ੀਅਸਨੈਸ ਦਾ ਹੈ, ਸਾਡੀ ਸੁਰਤ ਦਾ ਹੈ। ਸੁਰਤ ਕਰਕੇ ਉਹਨੂੰ ਮਿਲੀਦਾ ਹੈ, ਸੁਰਤ ਕਰਕੇ ਉਹਨੂੰ ਦੇਖੀਦਾ, ਉਹਦੇ ਦਰਸ਼ਨ ਹੁੰਦੇ ਨੇ ਜਦੋਂ ਅਸੀਂ ਸੁਰਤ ਨਾਲ ਕਰਦੇ ਹਾਂ। ਅੱਖਾਂ ਦੇ ਨਾਲ ਅਸੀਂ ਬੜੀ ਵਾਰੀ ਧੋਖੇ ਖਾਂਦੇ ਹਾਂ। ਅੱਖਾਂ ਕੁਝ ਦੇਖਦੀਆਂ ਨੇ ਤੇ ਅਸੀਂ ਕੁਝ ਹੋਰ ਸਮਝ ਲੈਂਦੇ ਹਾਂ। ਇਸੇ ਕਰਕੇ ਗੁਰਬਾਣੀ ਦਾ ਫਰਮਾਨ ਹੈ, ਪੇਖੰਦੜੋ ਕੀ ਭੁੱਲ ਤੁਮਾ ਦਿਸਮ ਸੋਹਣਾ। ਮੇਰੇ ਮਨਾ ਯਾਦ ਰੱਖੀ, ਅੱਖਾਂ ਜਿਹੜੀਆਂ ਨੇ, ਆਈਜ਼ ਜਿਹੜੀਆਂ ਨੇ, ਇਹ ਤੈਨੂੰ ਬੜੀ ਵਾਰੀ ਇਹ ਧੋਖਾ ਦੇ ਜਾਂਦੀਆਂ ਨੇ। ਕਿਵੇਂ? ਪੇਖੰਦੜੋ ਕੀ ਭੁੱਲ, ਦੇਖਣ ਵਾਲੇ ਦੀ ਭੁੱਲ ਹੁੰਦੀ ਹੈ। ਤੁਮਾ ਦਿਸਮ ਸੋਹਣਾ, ਤੁਮਾ ਇਜ਼ ਅ ਫਰੂਟ, ਤੇ ਉਹ ਖਰਬੂਜ਼ੇ ਵਰਗਾ ਦਿਖਾਈ ਦਿੰਦਾ। ਮੈਲਨ ਜਿਹੜਾ ਹੁੰਦਾ ਨਾ, ਜਿਹੜਾ ਅਸੀਂ ਖਾਂਦੇ ਹਾਂ, ਮਿੱਠਾ ਹੁੰਦਾ ਹੈ, ਉਹ ਮੈਲਨ ਵਰਗਾ ਹੀ ਹੁੰਦਾ ਆ। ਤੁਮਾ ਵੀ ਮਾਲਵੇ 'ਚ, ਪੰਜਾਬ 'ਚ ਹੁੰਦਾ ਆ। ਐਂਡ ਕਈ ਵਾਰੀ ਉਹ ਹੁੰਦਾ ਵੀ ਖਰਬੂਜ਼ੇ ਨਾਲੋਂ ਵੀ ਸੋਹਣਾ, ਉਹਦਾ ਰੰਗ ਵੀ ਜ਼ਿਆਦਾ ਚਟਕਦਾਰ, ਜ਼ਿਆਦਾ ਸ਼ਾਰਪ ਹੁੰਦਾ ਆ, ਸ਼ਾਈਨਿੰਗ ਹੁੰਦਾ, ਬੜਾ ਅੱਛਾ ਅਟਰੈਕਟਿਵ ਹੁੰਦਾ ਆ। ਉਹ ਦੇਖਣ 'ਚ ਖਰਬੂਜ਼ੇ ਵਰਗਾ ਆ, ਈਵਨ ਮੋਰ ਅਟਰੈਕਟਿਵ ਦੈਨ ਦੈਟ ਮੈਲਨ, ਪਰ ਹੁੰਦਾ ਉਹ ਜ਼ਹਿਰ, ਪੋਇਜ਼ਨ, ਕੌੜਾ, ਬਹੁਤ ਬਿਟਰ ਹੁੰਦਾ ਆ। ਹੁਣ ਦੇਖਣ ਵਾਲੇ ਨੂੰ ਤੇ ਲੱਗਾ ਕਿ ਖਰਬੂਜਾ ਆ, ਮੈਲਨ ਹੈ, ਤੇ ਮੈਂ ਇਹਨੂੰ ਖਾ ਲਵਾਂ। ਜਿੱਦਾਂ ਹੀ ਮੂੰਹ 'ਚ ਪਾਇਆ, ਇਟਸ ਪੋਇਜ਼ਨਸ, ਬਿਟਰ, ਬਹੁਤ ਜ਼ਿਆਦਾ ਕੌੜਾ। ਪੇਖੰਦੜੋ ਕੀ ਭੁੱਲ, ਅਸੀਂ ਤਾਂ ਦੇਖਿਆ ਸੀ, ਸਾਨੂੰ ਦੇਖ ਕੇ ਬੜਾ ਸੋਹਣਾ ਲੱਗਿਆ। ਅੱਖਾਂ ਧੋਖਾ ਦੇ ਜਾਂਦੀਆਂ ਨੇ, ਆਈਜ਼ ਡਿਸੀਵ ਸਾਨੂੰ, ਕਈ ਵਾਰੀ ਐਸਾ ਧੋਖਾ ਹੋ ਜਾਂਦਾ ਹੈ। ਪਰਮਾਤਮਾ ਇਹਨਾਂ ਅੱਖਾਂ ਦੇ ਨਾਲ ਦੇਖਣ ਦਾ ਸਬਜੈਕਟ, ਵਿਸ਼ਾ ਨਹੀਂ ਹੈ। ਸਤਿਗੁਰੂ ਜੀ ਸੇਜ਼, ਮੇਰੇ ਮਨਾ ਯਾਦ ਰੱਖੋ, ਸਰਬ ਨਿਵਾਸੀ ਤੇਰੇ ਅੰਦਰ ਸਮਾਇਆ ਹੈ। ਉਹ ਇਸ ਤਰ੍ਹਾਂ ਸਮਾਇਆ ਜਿਵੇਂ the fragrance in those flowers and the image in that mirror, ਤੈਸੇ ਹੀ ਹਰ ਬਸੇ ਨਿਰੰਤਰ। ਨਿਰੰਤਰ ਮੀਨਸ ਕੰਟੀਨਿਊਸਲੀ, ਕੰਟੀਨਿਊਸਲੀ ਉਹ ਇਸ ਕ੍ਰੀਏਸ਼ਨ ਦੇ ਵਿੱਚ ਹੀ ਬਸਿਆ ਹੋਇਆ ਆ। the Lord is living in that creation continuously, ਨਿਰੰਤਰ, ਹਮੇਸ਼ਾ ਤੋਂ। ਆਦ ਸੱਚ, ਜੁਗਾਦ ਸੱਚ, ਹੈ ਵੀ ਸੱਚ, ਨਾਨਕ ਹੋਸੀ ਵੀ ਸੱਚ, from the beginning itself, throughout ages, ਨਾਓ ਅੱਜ ਵੀ ਹੈਗਾ ਆ, ਉਹ ਅੱਗੇ ਵੀ ਹੋਏਗਾ। ਨਾਨਕ ਹੋਸੀ ਵੀ ਸੱਚ, ਹਮੇਸ਼ਾ ਕਿੱਥੇ ਹੋਏਗਾ? ਤੈਸੇ ਹੀ ਹਰ ਬਸੇ ਨਿਰੰਤਰ। ਘੱਟ ਹੀ ਖੋਜੋ ਭਾਈ, ਆਪਣੇ ਹਿਰਦੇ ਵਿੱਚ ਖੋਜ, ਉਸਨੂੰ ਬਾਹਰ ਨਾ ਖੋਜ, ਤੇਰੇ ਅੰਦਰ ਹੀ ਸਮਾਇਆ ਹੋਇਆ। ਤਾਂ ਹੀ ਭਗਤ ਕਬੀਰ ਸਾਹਿਬ ਨੇ ਬਾਣੀ 'ਚ ਫਰਮਾਨ ਕੀਤਾ, ਬੰਦੇ ਖੋਜ ਦਿਲ ਹਰ ਰੋਜ਼। ਹਰ ਰੋਜ਼ ਆਪਣੇ ਦਿਲ ਵਿੱਚ ਖੋਜ ਕਰ, ਆਪਣੇ ਅੰਦਰ ਉਸਨੂੰ ਭਾਲ। ਆਪਣੇ ਅੰਦਰ ਰੱਬ ਨੂੰ ਭਾਲਣ ਦਾ ਮਤਲਬ ਇਹ ਨਹੀਂ ਕਿ ਮੈਂ ਕਿਤੇ ਆਮ ਸਰਚਿੰਗ ਇਨਸਾਈਡ ਮੀ, ਕਿ ਕਿਹੜੇ ਕੋਨੇ 'ਚ, ਕਿਹੜੇ ਕਾਰਨਰ ਵਿੱਚ ਰੱਬ ਬੈਠਾ ਹੈ। ਉਹਨੂੰ ਕਿਵੇਂ ਖੋਜਿਆ ਜਾਏਗਾ, ਕਿਵੇਂ ਮਿਲਿਆ ਜਾਏਗਾ? ਹਾਊ ਟੂ ਸਰਚ, ਹਾਊ ਟੂ ਮੀਟ ਦੈਟ ਗੋਡ। ਇਸੇ ਕਰਕੇ ਜਪ ਬਾਣੀ, ਸ੍ਰੀ ਜਪਜੀ ਸਾਹਿਬ ਦੀ ਬਾਣੀ ਸਾਨੂੰ ਸਤਿਗੁਰੂ ਨੇ ਦਿੱਤੀ ਹੈ। ਜਪਜੀ ਦੀ ਬਾਣੀ ਜਿਹੜੀ ਹੈ, ਇਟਸ ਦ ਜਰਨੀ ਟੂ ਮਰਜ ਵਿਦ ਦ ਡਿਵਾਈਨ ਸੈਲਫ, ਜਿਹੜਾ ਸਾਡੇ ਅੰਦਰ ਹੈ, ਉਹਦੇ ਅੰਦਰ ਸਮਾਉਣਾ ਆ, ਉਹ ਕਿਤੇ ਬਾਹਰ ਨਹੀਂ ਬੈਠਾ। ਸਤਸੰਗਤ, ਗੁਰਮਤ, ਸਿੱਖ ਮਤ, ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਉਹ ਇਹ ਡਿਫਾਈਨ ਨਹੀਂ ਕਰਦੀ ਕਿ ਰੱਬ ਕਿਤੇ ਬਾਹਰ ਹੈ, ਵੀ ਸ਼ੁੱਡ ਮੀਟ ਹਿਮ, ਉਹਨੂੰ ਜਾ ਕੇ ਲੱਭਣਾ, ਸਰਚ ਕਰਕੇ ਉਹਨੂੰ ਮਿਲਣਾ ਆ। ਰਾਦਰ ਗੁਰਬਾਣੀ stresses on the fact that God lives within us, within all we have to do is merge with it। ਅਸੀਂ ਉਹਦੇ ਵਿੱਚ ਇੱਕਮਿਕ ਹੋਣਾ, ਅਸੀਂ ਉਹਦੇ ਨਾਲ ਮਿਲਣਾ ਹੈ, ਉਹਦੇ ਨਾਲ ਰਲਣਾ ਹੈ, ਹੈਗਾ ਸਾਡੇ ਅੰਦਰ ਹੀ, ਉਹਦੇ ਨਾਲ ਰਲਣਾ ਹੈ। ਘੱਟ ਹੀ ਖੋਜੋ ਭਾਈ। ਉਹਦੇ ਨਾਲ ਕਿਵੇਂ ਰਲਿਆ ਜਾਏਗਾ? ਉਹਦੇ ਨਾਲ ਰਲਣ ਲਈ ਉਹਦੇ ਵਰਗਾ ਬਣਨਾ ਪਏਗਾ। ਗੁਰ ਕਿਰਪਾ ਜਿਹ ਨਾਰਕੋ ਕੀਨੀ, ਗੁਰੂ ਤੇਗ ਬਹਾਦਰ ਸਾਹਿਬ, ਹੀ ਗਿਵਸ ਦਾ ਆਂਸਰ, ਕਿ ਜਿਹਦੇ ਤੇ ਗੁਰੂ ਦੀ ਕਿਰਪਾ ਹੋਈ ਨਾ, ਥਰੂ ਗੁਰੂਜ਼ ਗ੍ਰੇਸ। ਗੁਰੂ ਦੀ ਕਿਰਪਾ ਕੀ ਹੈ? ਗੁਰੂ ਦੀ ਬਾਣੀ। ਗੁਰੂ ਕਿਰਪਾ ਕਰਕੇ ਰਾਹ ਹੀ ਦੱਸਦਾ ਨਾ। ਗੁਰੂ ਇਜ਼ ਵਨ ਹੂ ਗਾਈਡਸ ਅਸ। ਗੁਰੂ ਕਿਰਪਾ ਕਰਕੇ ਸਾਨੂੰ ਗਾਈਡ ਕਰ ਰਿਹਾ, ਸਾਨੂੰ ਰਾਹ ਦੱਸ ਰਿਹਾ।
ਜਦੋਂ ਗੁਰੂ ਦੀ ਕਿਰਪਾ ਅਸੀਂ ਲੈ ਲਈ, ਉਹਦੀ ਗਾਈਡੈਂਸ ਲੈ ਲਈ, ਜਿਹ ਨਾਰਕੋ ਕੀਨੀ ਤੇ ਜੁਗਤ ਪਛਾਨੀ, ਓਨਲੀ ਦੈਨ ਵੀ ਰੈਕਗਨਾਈਜ਼ ਇਟ। ਐਂਡ ਫਿਰ ਕੀ ਹੁੰਦਾ ਹੈ, ਨਾਨਕ ਲੀਨ ਭਇਓ ਗੋਬਿੰਦ ਸਿਉ, ਜਿਉ ਪਾਣੀ ਸੰਗ ਪਾਣੀ। ਜਿਵੇਂ ਪਾਣੀ ਪਾਣੀ ਚ ਰਲ ਜਾਂਦਾ ਹੈ, ਵੀ ਮਰਜ ਇਨਟੂ ਦੈਟ ਵਾਹਿਗੁਰੂ ਹੂ ਲਿਵਸ ਵਿਦਿਨ ਅਸ। ਜਦੋਂ ਗੁਰੂ ਦੇ ਕੋਲੋਂ ਅਸੀਂ ਕਿਰਪਾ ਲੈ ਲੈਂਦੇ ਹਾਂ, ਗੁਰੂ ਦੀ ਬਾਣੀ, ਗੁਰੂ ਦੇ ਵਰਡਸ, ਗੁਰੂ ਦਾ ਵਿਜ਼ਡਮ, ਉਹਦੀ ਗ੍ਰੇਸ, ਉਹਦੀ ਕਿਰਪਾ ਆ, ਜਦੋਂ ਅਸੀਂ ਉਹ ਲੈ ਲੈਂਦੇ ਹਾਂ ਤੇ ਫਿਰ ਸਾਨੂੰ ਉਹ ਜੁਗਤ, ਉਹ ਸੀਕ੍ਰੇਟ, ਉਹ ਰਾਹ ਮਿਲ ਜਾਂਦਾ ਹੈ, ਉਹ ਪਾਥ ਮਿਲ ਜਾਂਦਾ, ਜਿਹਦੇ ਤੇ ਵਾਕ ਕਰਕੇ, ਜਿਹਦੇ ਤੇ ਚੱਲ ਕੇ ਅਸੀਂ ਉਸ ਵਾਹਿਗੁਰੂ ਨਾਲ ਇੱਕ ਹੋ ਜਾਂਦੇ ਹਾਂ। ਯਾਦ ਰੱਖਿਓ, ਰੋਜ਼ਾਨਾ ਵੀ ਆਰ ਲਿਸਨਿੰਗ ਟੂ ਸ੍ਰੀ ਗੁਰੂ ਨਾਨਕ ਪਾਤਸ਼ਾਹ ਇਨ ਦ ਮਾਰਨਿੰਗ। ਗੁਰੂ ਨਾਨਕ ਸੇਜ਼, ਇਸ ਰਾਹ ਤੇ ਕਰਨਾ ਕੀ ਹੈ? ਇਹ ਰਾਹ ਕਿਹੜਾ ਆ ਜੋ ਗੁਰੂ ਟੈਲਸ ਅਸ? ਗੁਰੂ ਟੈਲਸ ਅਸ ਦ ਪਾਥ ਟੂ ਮੀਟ ਗॉड। ਉਹ ਰਸਤਾ ਕੈਸਾ ਹੈ? ਗੁਰੂ ਨਾਨਕ ਸੇਜ਼, ਏਤ ਰਾਹ ਪਤ ਪੌੜੀਆਂ ਚੜੀਐ ਹੋਏ ਇਕੀਸ਼। ਇਸ ਰਾਹ ਤੇ ਅਸੀਂ ਪੌੜੀਆਂ ਚੜ੍ਹਨੀਆਂ ਨੇ, ਸਟੇਅਰਸ ਹੁੰਦੀਆਂ ਨਾ, ਅਸੀਂ ਕਲਾਈਮ ਕਰਦੇ ਉੱਪਰ ਨੂੰ ਜਾਂਦੇ ਹਾਂ। ਪਤ ਪੌੜੀਆਂ ਚੜੀਏ, ਪਤ ਦੀਆਂ। ਪਤ ਕੀ ਹੈ? ਸਭ ਗੁਣ ਤੇਰੇ ਮੈਂ ਨਾਹੀ ਕੋਏ। ਰੱਬ ਕੀ ਹੈ? ਗॉड ਇਜ਼ ਦ ਸਮ ਟੋਟਲ ਆਫ ਗੁੱਡਨੈਸ। ਉਹ ਜਿਹੜੇ ਰੱਬੀ ਗੁਣ ਨੇ ਉਹਨਾਂ ਨੂੰ ਲੈਣਾ ਪਤ ਹੈ। ਉਹਦੇ ਨਾਲ ਸਾਡੇ ਅੰਦਰ ਪਤ ਹੁੰਦੀ ਹੈ, ਅਸਲੀ ਆਨਰ ਆਉਂਦਾ ਆ। ਉਹ ਆਨਰ ਦੀਆਂ ਪੌੜੀਆਂ ਚੜ੍ਹਨੀਆਂ। all these virtues, compassion, benevolence, sharing, love, caring, ਇਹ ਸਾਰੇ ਗੁਣ ਜਿਹੜੇ ਨੇ, they bring us honor, they make us honorable। ਇਹ ਪੌੜੀਆਂ ਨੇ, these are the steps। ਇਹ steps ਤੁਸੀਂ ਚੜ੍ਹਨੇ ਆ ਆਪਣੀ ਲਾਈਫ 'ਚ, step by step, with each virtue you absorb through ਗੁਰਬਾਣੀ ਔਰ wisdom। ਜਦੋਂ ਅਸੀਂ ਆਪਣੇ ਅੰਦਰ ਗੁਣ ਲੈ ਕੇ ਆਉਂਦੇ ਆ, ਅਸੀਂ ਉਹ ਪੌੜੀਆਂ ਚੜ੍ਹਦੇ ਹਾਂ। ਤੇ ਪੌੜੀਆਂ ਚੜ੍ਹ ਕੇ ਹੋਏਗਾ ਕਿ ਪੌੜੀਆਂ ਚੜ੍ਹੀਏ ਹੋਏ 21। 21 ਮੀਨਸ ਇੱਕ ਈਸ਼, ਈਸ਼ਵਰ ਦੇ ਨਾਲ ਇੱਕ ਹੋਣਾ, ਟੂ ਮਰਜ ਵਿਦ ਦੈਟ ਵਾਹਿਗੁਰੂ ਹੂ ਲਿਵਸ ਵਿਦ ਇਨ ਅਸ। ਸਭ ਗੁਣ ਤੇਰੇ ਮੈਂ ਨਾਹੀ ਕੋਏ, ਵਿਣ ਗੁਣ ਕੀਤੇ ਭਗਤ ਨਾ ਹੋਏ। ਬਿਨਾਂ ਗੁਣਾ ਤੋਂ, ਵਿਦਾਊਟ ਦੋਜ਼ ਵਰਚੂਜ਼, ਵਿਦਾਊਟ ਐਬਜ਼ੌਰਬਿੰਗ ਦੋਜ਼ ਵਰਚੂਜ਼ ਇਨ ਅਵਰ ਲਾਈਫ, ਵੀ ਕੈਨ ਨੈਵਰ ਬੀ ਅ ਭਗਤ। ਅਸੀਂ ਭਗਤੀ ਨਹੀਂ ਕਰ ਸਕਦੇ। ਭਗਤ ਹੀ ਮਿਲਦਾ ਹੈ ਨਾ, ਨਾਨਕ ਭਗਤਾਂ ਸਦਾ ਵਿਗਾਸ, ਸੁਣਿਆ ਦੁੱਖ ਪਾਪ ਕਾ ਨਾਸ਼। ਜਿੰਨੇ ਸੁਣ ਲਿਆ, ਇੰਟਰਨਲਾਈਜ਼ ਕਰ ਲਿਆ, ਉਹਦੇ ਅੰਦਰੋਂ ਦੁੱਖ ਪਾਪ ਮੁੱਕਦੇ ਨੇ, ਕਿਉਂਕਿ ਉਹ ਭਗਤ ਹੋਇਆ। ਉਹਨੇ ਇੰਟਰਨਲਾਈਜ਼ ਕੀਤਾ ਗੁਰੂਜ਼ ਵਿਜ਼ਡਮ, ਤੇ ਉਹਦੇ ਵਿੱਚੋਂ ਰੱਬੀ ਗੁਣ, ਡਿਵਾਈਨ ਵਰਚੂਜ਼ ਨੂੰ ਐਬਜ਼ੌਰਬ ਕਰ ਲਿਆ, ਆਪਣੀ ਲਾਈਫ ਦੇ ਵਿੱਚ ਇੰਟਰਨਲਾਈਜ਼ ਕਰ ਲਿਆ। ਹੁਣ ਕੀ ਹੈ? ਉਹ ਭਗਤ ਜਿਹੜਾ ਹੈ, ਉਹ ਆਪਣੇ ਅੰਦਰੋਂ ਬੁਰਾਈਆਂ ਨੂੰ ਖਤਮ ਕਰ ਰਿਹਾ ਹੈ। ਇਹ ਤਰ੍ਹਾਂ ਪਤ ਪੌੜੀਆਂ ਪੌੜੀਆਂ ਚੜ੍ਹ ਰਿਹਾ ਹੈ, ਹੋਏ ਇਕੀਸ਼, ਤੇ ਪ੍ਰਮਾਤਮਾ ਨਾਲ ਇੱਕਮਿਕ ਹੋ ਰਿਹਾ। ਇਸ ਰਾਹ ਤੇ ਗੁਰੂ ਚੱਲੇ ਨੇ। ਤਿਆਗ ਮਲ, ਜੋ ਕਿ 6th ਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਦੇ ਸਭ ਤੋਂ ਛੋਟੇ ਪੁੱਤਰ, ਦ ਯੰਗੈਸਟ ਸਨ ਹੀ ਵਾਜ਼ ਆਫ ਦ 6th ਗੁਰੂ, ਉਹਨਾਂ ਨੇ ਆਪਣੀ ਲਾਈਫ ਦੇ ਵਿੱਚ ਗੁਰੂ ਕੀ ਬਾਣੀ ਦੇ ਨਾਲ ਆਪਣੀ ਉਹ ਯਾਤਰਾ, ਉਹ ਜਰਨੀ ਕੀਤੀ, ਤੇ ਫਿਰ ਉਹ ਉਸ ਗਿਆਨ ਦਾ ਸਰੂਪ ਹੋ ਗਏ। ਇਹ ਬਾਣੀ ਜੋ ਜੀਉ ਜਾਣੇ ਤਿਸ ਅੰਤਰ ਰਵੇ ਹਰ ਨਾਮਾ, ਸਤਿਗੁਰ ਕੀ ਜਿਸਨੂੰ ਮਤ ਆਵੇ ਸੋ ਸਤਿਗੁਰ ਮਾਹੇ ਸਮਾਨਾ। ਗੁਰੂ ਦੀ ਮਤ ਲੈ ਕੇ ਤਿਆਗ ਮਲ ਜੀ ਗੁਰੂ ਕੀ ਮਤ ਲੈਂਦੇ ਹੋਏ ਬਾਣੀ ਪੜ੍ਹਦੇ ਪੜ੍ਹਦੇ ਉਸ ਸਤਿਗੁਰੂ ਵਿੱਚ ਸਮਾ ਗਏ, ਤੇ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਬਣ ਗਏ। ਅਸੀਂ ਸਾਰੇ ਉਹਨਾਂ ਨੂੰ ਮੱਥਾ ਟੇਕਦੇ ਹਾਂ, ਗੁਰੂ ਹੋ ਗਏ। ਤੇ ਫਿਰ ਗੁਰੂ ਜਿਹੜਾ ਉਹ ਪਰਮੇਸ਼ਰ ਹੋ ਜਾਂਦਾ ਹੈ, ਕਿਉਂਕਿ ਗੁਰੂ 'ਚ ਉਹ ਗਿਆਨ ਹੈ। ਉਹ ਗਿਆਨ ਦੇ ਉੱਤੇ ਚੱਲਦਾ ਹੋਇਆ ਉਹਦੇ ਵਿੱਚ ਉਹ ਸਾਰੇ ਰੱਬੀ ਗੁਣ ਆ ਗਏ। ਜਦੋਂ ਗੁਣ ਹੀ ਆ ਗਏ, ਤੇ ਗੁਣ ਤਾਂ ਸਾਰੇ ਪ੍ਰਮਾਤਮਾ ਦੇ ਨੇ। ਜਿਹਦੇ 'ਚੋਂ ਗੁਣ ਜਿੰਨੇ ਜ਼ਿਆਦਾ ਆਉਂਦੇ ਜਾਂਦੇ ਨੇ, ਓਨਾ ਹੀ ਉਹ ਨਜ਼ਦੀਕ ਹੁੰਦਾ ਜਾਂਦਾ ਵਾਹਿਗੁਰੂ ਦੇ, ਓਨਾ ਹੀ ਉਹਦਾ ਉਹ ਰੂਪ ਹੁੰਦਾ ਜਾਂਦਾ ਹੈ। ਜਿਉਂ ਪਾਣੀ ਸੰਗ ਪਾਣੀ, ਜਿਵੇਂ ਪਾਣੀ ਪਾਣੀ 'ਚ ਰਲ ਜਾਂਦਾ ਹੈ। ਯੂ ਕੈਨ ਨਾਟ ਨਾਓ ਡਿਫਰੈਂਸ਼ੀਏਟ ਬਿਟਵੀਨ ਦੋਜ਼ ਟੂ ਵਾਟਰਸ, ਕਿ ਇਹ ਵਾਲਾ ਕਿਹੜਾ ਸੀ ਤੇ ਇਹ ਵਾਲਾ ਕਿਹੜਾ ਸੀ। ਤੁਸੀਂ ਇੱਕ ਗਲਾਸ ਪਾਣੀ ਦਾ ਲਓ, ਗੋ ਟੂ ਦ ਬੀਚ, ਉਸ ਪਾਣੀ ਨੂੰ ਸਮੁੰਦਰ ਦੇ ਵਿੱਚ ਸੁੱਟ ਦਿਓ। ਜਸਟ ਪੁੱਟ ਦੈਟ ਵਾਟਰ ਆਫ ਦੈਟ ਗਲਾਸ ਇਨਟੂ ਦ ਓਸ਼ਨ। ਹੁਣ ਤੁਸੀਂ ਉਹਨੂੰ ਅਲੱਗ ਕਰ ਸਕਦੇ ਹੋ ਕਿ ਕਿਹੜਾ ਪਾਣੀ ਸੀ। ਯੂ ਕੈਨ ਨਾਟ ਸੈਪਰੇਟ ਦੈਮ। ਪਾਣੀ ਪਾਣੀ 'ਚ ਰਲ ਗਿਆ, ਪਰ ਕੰਡੀਸ਼ਨ ਕੀ ਹੈ? ਪਾਣੀ ਹੋਣਾ ਚਾਹੀਦਾ ਹੈ। ਤੁਸੀਂ ਪਾਣੀ ਹੋਵੋਗੇ ਤੇ ਪਾਣੀ 'ਚ ਰਲੋਗੇ। ਇਫ ਯੂ ਆਰ ਨਾਟ ਵਾਟਰ, ਯੂ ਕੈਨ ਨਾਟ ਮਰਜ ਇਨ ਵਾਟਰ। ਤੁਸੀਂ ਸਾਲਟ ਬਣ ਜਾਓਗੇ, ਫਿਰ ਵੀ ਅਲੱਗ ਕੀਤੇ ਜਾ ਸਕਦੇ ਹੋ। ਤੁਸੀਂ ਕੁਝ ਹੋਰ ਹੋਵੋਗੇ ਤਾਂ ਵੀ ਅਲੱਗ ਫਲੋਟ ਕਰੋਗੇ ਜਾਂ ਸਿੰਕ ਕਰ ਜਾਓਗੇ, ਪਰ ਪਾਣੀ ਹੋ ਕੇ ਪਾਣੀ 'ਚ ਮਿਲਿਆ ਜਾਂਦਾ। ਬਰਫ਼ ਜਿਹੜੀ ਹੈ ਉਹ ਵੀ ਵਾਟਰ ਦਾ ਹੀ, ਉਹ ਵੀ ਪਾਣੀ ਦਾ ਹੀ ਇੱਕ ਰੂਪ ਹੈ। ਦ ਆਈਸ ਇਜ਼ ਆਲਸੋ ਅ ਫਾਰਮ ਆਫ ਵਾਟਰ, but ice does not merge in water until it becomes water।
ਜਦੋਂ ਤੱਕ ਉਹ ਆਈਸ ਜਿਹੜੀ ਬਰਫ਼ ਹੈ ਉਹ ਮੈਲਟ ਹੋ ਕੇ ਪਾਣੀ ਨਹੀਂ ਬਣਦੀ, ਉਹ ਵੀ ਪਾਣੀ 'ਚ ਨਹੀਂ ਰਲਦੀ। ਇਹ ਐਗਜ਼ਾਮਪਲ ਗੁਰੂ ਅਰਜਨ ਸਾਹਿਬ, ਪੰਜਵੇਂ ਗੁਰੂ, ਦਾ 5th ਗੁਰੂ, ਗੁਰੂ ਅਰਜਨ ਸਾਹਿਬ, ਹੀ ਗਿਵਸ ਦਿਸ ਐਗਜ਼ਾਮਪਲ ਇਨ ਹਿਜ਼ ਓਨ ਬਾਣੀ। ਸੂਰਜ ਕਿਰਨ ਮਿਲੇ ਜਲ ਕਾ ਜਲ ਹੁਆ ਰਾਮ। Like those rays of sun, when they fall on that snow or ice, it melts down, it becomes water, and then the water merges in water. ਅਸੀਂ ਅੰਦਰ ਸਾਡੇ ਕੂੜ ਹੈ, ਕੂੜ ਕੀ ਮਲ ਉਤਰੈ, ਜਦੋਂ ਕਿਤੇ ਇਹ ਮੈਲ ਕੂੜ ਦੀ ਅੰਦਰੋਂ ਖਤਮ ਹੋਵੇ, ਰਿਜਿਡ ਹੈ, ਆਈਸ ਜੰਮ ਗਿਆ ਪਾਣੀ, ਹੈ ਨਾ, ਹੁਣ ਉਹ ਪਾਣੀ ਬਰਫ਼ 'ਚ ਨਹੀਂ ਰਲਦਾ, ਉਹਦਾ ਮੈਲਟ ਹੋਣਾ ਜ਼ਰੂਰੀ ਹੈ। ਇਸੇ ਤਰ੍ਹਾਂ ਹੀ ਜੋ ਸਤਿਗੁਰੂ ਇੱਥੇ ਕਹਿ ਰਹੇ ਨੇ, ਤੈਸੇ ਹੀ ਹਰ ਬਸੇ ਨਿਰੰਤਰ। ਮੇਰੇ ਮਨਾ ਤੇਰੇ ਅੰਦਰ ਹੈਗਾ ਆ, ਕਿਤੇ ਬਾਹਰ ਨਹੀਂ ਹੈ, ਹੈਗਾ ਸਾਡੇ ਅੰਦਰ ਹੀ ਹੈ, ਪਰ ਘੱਟ ਹੀ ਖੋਜੋ ਭਾਈ। ਅਸੀਂ ਉਹਨੂੰ ਲੱਭਣਾ ਹੈ ਆਪਣੇ ਅੰਦਰ ਉਸ ਨੂੰ ਸਰਚ ਕਰਨਾ ਹੈ। ਕਿਰਤ ਕਰਮ ਕੇ ਵਿਛੜੇ, ਅਸੀਂ ਆਪਣੇ ਆਪ ਤੋਂ ਵਿਛੜ ਗਏ। ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ, ਭਗਤ ਰਵਿਦਾਸ ਜੀ ਬਿਊਟੀਫੁਲੀ ਐਕਸਪਲੇਨਸ ਦਿਸ ਇਨ ਹਿਜ਼ ਸ਼ਬਦ, ਐਂਡ ਹੀ ਸੇਜ਼, ਇਨ ਪੰਚਨ ਮੇਰੋ ਮਨ ਜੋ ਬਿਗਾਰਿਓ, ਪਲ ਪਲ ਹਰ ਜੀ ਤੇ ਅੰਤਰ ਪਾਰਿਓ। These vices, they have, distorted everything within me. ਇਹਨਾਂ ਨੇ ਮੈਨੂੰ ਅੰਦਰੋਂ ਖਰਾਬ ਕਰ ਦਿੱਤਾ ਹੈ, ਵਿਗਾੜ ਦਿੱਤਾ ਹੈ। ਕੀ ਵਿਗਾੜਿਆ? ਪਲ ਪਲ, with every passing moment, ਇਹਨਾਂ ਨੇ ਡਿਸਟੈਂਸ ਕ੍ਰੀਏਟ ਕਰ ਦਿੱਤਾ ਹੈ ਮੇਰੇ ਆਪਣੇ ਨਿਜ ਸਰੂਪ ਡਿਵਾਈਨ ਸੈਲਫ ਵਾਹਿਗੁਰੂ ਤੋਂ, ਮੇਰੇ ਅੰਦਰ ਤੋਂ ਹੀ ਮੈਨੂੰ ਦੂਰ ਕਰ ਦਿੱਤਾ ਕਿ ਨਹੀਂ। ਲਾਲਚ ਸਾਨੂੰ ਕਿੰਨੀ ਦੂਰ ਲੈ ਆਇਆ, ਸਾਧ ਸੰਗਤ, ਕਿੰਨੀ ਦੂਰ ਲੈ ਆਇਆ। All of us, we say that the children, they are images of God. ਅਸੀਂ ਇਹ ਕਹਿੰਦੇ ਆ ਕਿ ਬੱਚੇ ਜਿਹੜੇ ਰੱਬ ਦੀ ਮੂਰਤ ਹੁੰਦੇ ਆ, ਕਹਿੰਦੇ ਆ ਨਾ, ਉਹਨਾਂ 'ਚ ਛਲ ਨਹੀਂ ਹੈ, ਫਰੇਬ ਨਹੀਂ ਹੈ ਬੱਚਿਆਂ 'ਚ, ਬੜੇ ਨਿਰਮਲ ਹੁੰਦੇ ਆ, ਬੜੇ ਪਵਿੱਤਰ, ਬੜੇ ਪਿਓਰ ਸੋਲ ਹੁੰਦੀ ਹੈ ਨਾ। ਕਿਸੇ ਨਾਲ ਐਸੀ ਨਫ਼ਰਤ ਨਹੀਂ ਹੈ, ਕਿਸੇ ਨਾਲ ਕੋਈ ਐਨਮਿਟੀ ਨਹੀਂ ਹੈ। ਛੋਟੀ ਮੋਟੀ ਲੜਾਈ ਹੁੰਦੀ ਹੈ, ਝੱਟ ਇੱਕ ਦੂਜੇ ਨਾਲ ਮਿਲ ਜਾਂਦੇ, ਫਿਰ ਖੇਡਣ ਲੱਗ ਜਾਂਦੇ। ਅਸੀਂ ਵੀ ਤੇ ਬੱਚੇ ਸੀ ਨਾ, ਅਸੀਂ ਵੀ ਰੱਬ ਦਾ ਰੂਪ ਸੀ, ਸਾਡੇ ਵਿੱਚ ਵੀ ਉਹ ਕੁਆਲਿਟੀਜ਼ ਹੈਗੀਆਂ ਸੀ। ਪਰ ਕੀ ਹੋਇਆ, ਜਿਵੇਂ ਜਿਵੇਂ ਅਸੀਂ ਵੱਡੇ ਹੁੰਦੇ ਗਏ, ਉਹ ਜਿਹੜੇ ਵਾਈਸਸ ਸੀ ਸਾਡੇ ਅੰਦਰ, ਉਹ ਸਾਨੂੰ ਸਾਡੇ ਤੋਂ ਹੀ ਦੂਰ ਕਰਦੇ ਗਏ। ਉਹ ਲਾਲਚ, ਉਹ ਗਰੀਡ ਸਾਨੂੰ ਦੂਰ ਕਰ ਗਈ, ਉਹ ਐਂਗਰ ਸਾਨੂੰ ਦੂਰ ਕਰਨ ਲੱਗ ਗਿਆ। ਜਿਹੜੀ ਈਗੋ ਸੀ ਉਹਨੇ ਇੱਕ ਬੜੀ ਵੱਡੀ ਕੰਧ ਖੜੀ ਕਰ ਦਿੱਤੀ। ਅਸੀਂ ਆਪਣੇ ਉਸ ਨਿਰਮਲ, ਉਸ ਪਿਓਰ ਸਰੂਪ ਤੋਂ ਦੂਰ ਹੁੰਦੇ ਗਏ। ਇਨ ਪੰਚਨ ਮੇਰੋ ਮਨ ਜੋ ਬਿਗਾਰਿਓ, ਇਹ ਪੰਜੇ, ਇਹ ਵਿਕਾਰ, ਇਹ ਮੈਲਸ ਜਿਹੜੀ ਮਾਈਂਡ ਦੀ ਹੈ ਮੇਰੇ ਅੰਦਰ, ਇਹ ਮੈਨੂੰ ਦੂਰ ਕਰ ਰਹੀ ਹੈ। ਹੈਗਾ ਉਹ ਮੇਰੇ ਅੰਦਰ ਹੀ, ਹਰ ਜਗ੍ਹਾ ਹੈ। ਸਰਬ ਨਿਵਾਸੀ ਸਦਾ ਅਲੇਪਾ, ਤੋ ਹੀ ਸੰਗ ਸਮਾਈ। ਮੇਰੇ ਮਨਾ ਤੇਰੇ ਅੰਦਰ ਸਮਾਇਆ ਹੋਇਆ, ਪਰ ਤੈਨੂੰ ਲੱਭਣਾ ਵੀ ਅੰਦਰ ਪੈਣਾ, ਬਾਹਰ ਨਹੀਂ। ਬਾਹਰ ਜਿੱਥੇ ਮਰਜੀ ਚਲਾ ਜਾ, ਹੁਣ ਅੰਦਰ ਮੈਲ ਪਈ ਹੈ ਸੀ, ਅੰਦਰ ਕੋਈ ਚੀਜ਼ ਪਈ ਹੈ ਜਿਹੜੀ ਕਿ ਢੱਕੀ ਗਈ। ਉਹ ਹਾਲ ਦੇ ਵਿੱਚ ਯੂ ਹੈਵ ਟੂ ਫਾਈਂਡ ਦੈਟ ਆਬਜੈਕਟ, ਤੇ ਉਹ ਪੂਰਾ ਐਨ ਭਰਿਆ ਹੋਇਆ ਹੈ ਉੱਥੇ, ਜਾਂ ਹਨੇਰਾ ਹੈ ਉਹਦੇ ਅੰਦਰ। ਤੁਸੀਂ ਬਾਹਰ ਲੱਭਦੇ ਫਿਰਦੇ ਹੋ, ਬਾਹਰ ਥੋੜੀ ਲੱਭ ਜਾਣਾ ਉਹਨੇ, ਲੱਭਣਾ ਉਹਨੇ ਅੰਦਰ ਹੀ ਹੈ। ਤੇ ਉਹਨੂੰ ਲੱਭਣ ਲਈ ਫਿਰ ਅੰਦਰ ਖੋਜ ਕਰਨੀ ਪਏਗੀ। ਯੂ ਹੈਵ ਟੂ ਵਰਕ ਡਿਲੀਜੈਂਟਲੀ ਅਪਨ ਯੋਰ ਓਨ ਸੈਲਫ, ਐਨਾਲਿਸਿਸ ਕਰਨਾ ਪਏਗਾ, ਸੌਰਟ ਆਊਟ ਕਰਨਾ ਪਏਗਾ ਅੰਦਰੋਂ ਸਭ ਕੁਝ। ਉਹ ਯੂਜ਼ਲੈਸ ਚੀਜ਼ਾਂ ਜਿਹੜੀਆਂ ਵੇਲ ਬਣ ਕੇ ਖੜੀਆਂ ਨੇ, ਜਿਹੜੀਆਂ ਵਾਲ ਬਣ ਕੇ ਖੜੀਆਂ ਨੇ, ਜਿਹੜੀਆਂ ਓਲਾ ਕਰ ਰਹੀਆਂ ਨੇ, ਉਹਨਾਂ ਨੂੰ ਹਟਾਉਣਾ ਪਏਗਾ। ਜਿਹਨੇ ਪਰਦੇ ਪਾ ਰਹੀਆਂ ਨੇ, ਜਿਹੜੀਆਂ ਮਿਲਣ ਨਹੀਂ ਦੇ ਰਹੀਆਂ, ਔਗਣ ਮਿਲਣ ਨਹੀਂ ਦਿੰਦੇ, ਜਿਹੜੇ ਔਗਣ ਨੇ, ਜਿਹੜੇ ਇਹ ਵਿਕਾਰ ਨੇ, ਇਹ ਸਾਨੂੰ ਮਿਲਣ ਨਹੀਂ ਦਿੰਦੇ। ਇਹਨਾਂ ਨੂੰ ਹਟਾਉਣਾ ਪਏਗਾ, ਇੱਕ ਇੱਕ ਕਰਕੇ ਪਰਦੇ ਹਟਾਉਣੇ ਪੈਣਗੇ। ਐਫਰਟ ਲੱਗਦਾ ਨਾ ਸਫਾਈ ਕਰਨ ਵਿੱਚ। ਮੈਂ ਕਈ ਵਾਰੀ ਇਹ ਐਗਜ਼ਾਮਪਲ ਦਿੰਦਾ ਹੁੰਦਾ ਕਿ ਜਿਹੜੀਆਂ ਲੇਡੀਜ਼ ਨੇ ਸਾਡੇ ਸਮਾਜ ਵਿੱਚ, ਇਨ ਆਵਰ ਸੋਸਾਇਟੀ, ਯੂਜੂਅਲੀ ਦ ਲੇਡੀਜ਼ ਦੇ ਡੂ ਦ ਹਾਊਸ ਹੋਲਡ ਐਕਟੀਵਿਟੀਜ਼, ਹਾਊਸ ਹੋਲਡ ਚੋਜ਼ ਲਾਈਕ ਕਲੀਨਿੰਗ। ਵੈਸੇ ਇਹ ਸਾਰਿਆਂ ਨੂੰ ਕਰਨੀ ਚਾਹੀਦੀ ਹੈ, ਦੀਜ਼ ਆਰ ਲਾਈਫ ਸਕਿੱਲਸ। ਕਲੀਨਿੰਗ ਸਾਨੂੰ ਸਾਰਿਆਂ ਨੂੰ ਆਉਣੀ ਚਾਹੀਦੀ, ਬਟ ਸਾਡੇ ਸਮਾਜ ਵਿੱਚ ਸਾਡੀਆਂ ਧੀਆਂ ਭੈਣਾਂ ਮਾਤਾਵਾਂ ਕਰਦੀਆਂ ਨੇ। ਮੈਨੀ ਟਾਈਮਸ ਮੈਂ ਐਗਜ਼ਾਮਪਲ ਦਿੰਦਾ ਹੁੰਦਾ ਕਿ ਮੈਂ ਆਪਣੀ ਮਦਰ ਨੂੰ ਕਹਿੰਦਾ ਹੁੰਦਾ ਸੀ ਜਦੋਂ ਮੈਂ ਛੋਟਾ ਸੀ ਕਿ ਵਾਈ ਆਰ ਯੂ ਕਲੀਨਿੰਗ ਦਿਸ ਰੂਮ, ਵਾਈ ਆਰ ਯੂ ਇੱਥੇ ਬਾਰ-ਬਾਰ ਝਾੜੂ ਕਿਉਂ ਮਾਰਦੇ ਹੋ? ਚੰਗਾ ਭਲਾ ਤੇ ਕਲੀਨ ਹੈਗਾ ਆ, ਸਾਫ਼ ਤਾਂ ਹੈਗਾ, ਇਹਨੂੰ ਰੋਜ਼ ਝਾੜੂ ਕਿਉਂ ਮਾਰਦੇ ਹੋ? ਰੋਜ਼ ਇੱਥੇ ਪੋਚਾ ਕਿਉਂ ਮਾਰਦੇ ਹੋ? ਐਂਡ ਸ਼ੀ ਵੁੱਡ ਸੇ ਵਿਦ ਅ ਸਮਾਈਲ, ਉਹ ਬੜੇ ਪਿਆਰ ਨਾਲ ਮੈਨੂੰ ਕਹਿੰਦੀ ਹੁੰਦੀ ਸੀ ਕਿ ਪੁੱਤਰ, ਇਹ ਰੋਜ਼ ਮਾਰਦੀਆਂ ਤੇ ਤਾਂ ਸਾਫ਼ ਹੈ, ਇਹ ਡੇਲੀ ਕਲੀਨ ਕਰਦੀਆਂ ਤੇ ਸਾਫ਼ ਹੈ। Now that's the case with us. ਸਾਡੇ ਅੰਦਰ ਅਸੀਂ ਡੇਲੀ ਸਫਾਈ ਨਹੀਂ ਕਰ ਰਹੇ, ਉਹ ਡੇਲੀ ਸਫਾਈ ਕਰਨ ਦੀ ਲੋੜ ਹੈ, ਉੱਥੇ ਐਫਰਟ ਲੱਗਣਾ ਹੈ। ਸੋਚੋ, ਬਾਹਰੋਂ ਅਸੀਂ ਜਦੋਂ ਤੁਰਦੇ ਫਿਰਦੇ ਆ ਲਾਈਫ ਦੇ ਵਿੱਚ, ਡੇਲੀ ਐਕਟੀਵਿਟੀਜ਼ ਦੇ ਵਿੱਚ, ਸਾਡੇ ਹੱਥ ਪੈਰ ਗੰਦੇ ਹੁੰਦੇ ਆ ਕਿ ਨਹੀਂ? ਕੱਪੜੇ ਮੈਲੇ ਹੁੰਦੇ ਆ ਕਿ ਨਹੀਂ? ਮੈਲੇ ਕੱਪੜੇ ਪਾ ਕੇ ਵੀ ਫੀਲ ਐਮਬੈਰਸਡ, ਇਜ਼ਨਟ ਇਟ? ਤੇ ਮੈਲਾ ਮਨ ਲੈ ਕੇ ਕਦੀ ਸਾਨੂੰ ਸ਼ਰਮ ਨਹੀਂ ਆਉਂਦੀ? ਅਸੀਂ ਕਦੀ ਉਸ ਤੇ ਵਰਕ ਹੀ ਨਹੀਂ ਕਰ ਰਹੇ।
ਰੋਜ਼ ਨਹਾਉਂਦੇ ਆ ਆਪਣੇ ਸਰੀਰ ਨੂੰ ਸਾਫ਼ ਕਰਨ ਲਈ, ਰੋਜ਼ ਵੀ ਚੇਂਜ ਅਵਰ ਕਲੋਥਸ ਡੇਲੀ ਟੂ ਲੁੱਕ ਨੀਟ ਐਂਡ ਕਲੀਨ। ਐਂਡ ਵਾਟ ਵੀ ਆਰ ਡੂਇੰਗ ਫॉर ਆਵਰ ਮੈਂਟਲ ਹਾਈਜੀਨ, ਅਸੀਂ ਆਪਣੇ ਅੰਦਰ ਦੀ ਹਾਈਜੀਨ ਲਈ ਕੀ ਕਰ ਰਹੇ ਹਾਂ ਡੇਲੀ। ਜਿੱਥੇ ਸਾਰਾ ਕੂੜ ਇਕੱਠਾ ਹੋ ਰਿਹਾ ਹੈ, ਸਾਰਾ, ਜਿਹਨੂੰ ਸਤਿਗੁਰੂ ਪਾਤਸ਼ਾਹ ਨੇ ਕਿਹਾ ਜਨਮ ਜਨਮ ਕੀ ਇਸ ਮਨ ਕੋ ਮਲ ਲਾਗੀ ਕਾਲਾ ਹੋਆ ਸਿਆ, ਇੰਨੀ ਮੈਲ ਲੱਗਦੀ ਜਾਂਦੀ ਹੈ, ਬਿਲਕੁਲ ਕਾਲਾ ਹੋਇਆ ਪਿਆ। ਇੱਥੇ ਕਿੱਥੇ ਲੱਭਣਾ ਹੈ ਅੰਦਰ? ਹੁਣ ਘੱਟ ਹੀ ਖੋਜੋ ਭਾਈ। ਗੁਰੂ ਤੇਗ ਬਹਾਦਰ ਸਾਹਿਬ ਕਹਿ ਰਹੇ ਕਿ ਅੰਦਰ ਲੱਭਾਂ ਕਿੱਦਾਂ? ਸਤਿਗੁਰੂ ਜੀ ਅੰਦਰ ਤਾਂ ਖਲਾਰਾ ਹੀ ਬੜਾ ਪਿਆ ਹੋਇਆ, ਅੰਦਰ ਤਾਂ ਕੇਓਸ ਹੀ ਬੜਾ ਆ, ਅੰਦਰ ਤਾਂ ਮਤਲਬ ਗਾਰਬੇਜ ਇੰਨਾ ਇਕੱਠਾ ਹੋ ਚੁੱਕਿਆ ਹੈ। ਇਹਨੂੰ ਕਿਵੇਂ ਹੁਣ ਕਲੀਨ ਕਰਨ ਲਈ ਇੱਥੇ ਟਾਈਮ ਲੱਗਣਾ ਹੈ। ਯੂ ਹੈਵ ਟੂ ਡੂ ਇਟ ਰੈਗੂਲਰਲੀ, ਲਗਾਤਾਰ ਕਰਨਾ ਪਏਗਾ। ਇਸੇ ਕਰਕੇ ਨਿਤਨੇਮ ਹੈ, ਇਸੇ ਕਰਕੇ ਗਿਆਨ ਪੜ੍ਹਨਾ, ਇਸੇ ਕਰਕੇ ਬਾਣੀ ਨੂੰ ਪੜ੍ਹਨਾ, ਸੁਣਨਾ, ਲਿਸਨਿੰਗ ਕਰਨੀ ਹੈ, ਇਸੇ ਕਰਕੇ, ਸੋ ਦੈਟ ਡੇਲੀ ਅਸੀਂ ਵਰਕ ਕਰਕੇ ਆਪਣੇ ਅੰਦਰੋਂ ਹੌਲੀ ਹੌਲੀ ਕਰਕੇ ਸਟੈਪ ਬਾਏ ਸਟੈਪ ਇਹ ਤਰ੍ਹਾਂ ਪੱਤ ਪੌੜੀਆਂ ਚੜੀਏ ਤੇ ਅੰਦਰ ਜਾ ਕੇ ਉਹਨੂੰ ਮਿਲ ਲਈਏ। ਇਹ ਕਰਨਾ ਪੈਂਦਾ ਕਿ ਇੱਥੇ ਮਿਹਨਤ ਲੱਗਣੀ ਹੈ, ਇੱਥੇ ਡਿਲੀਜੈਂਸ ਚਾਹੀਦੀ ਹੈ, ਇੱਥੇ ਥੋੜਾ ਜਿਹਾ ਸਿੰਸੀਅਰਲੀ ਵਰਕ ਕਰਨਾ ਚਾਹੀਦਾ ਹੈ। ਨਹੀਂ ਤੇ ਗਿਆਨ ਤਾਂ ਹੈ, ਸਮਝ ਤਾਂ ਹੈ, ਪਰ ਉਹ ਲੋਕਾਂ ਨੂੰ ਸੁਣਾਉਣ ਵਾਸਤੇ ਹੈ। ਸੀ ਸਾਧ ਸੰਗਤ, ਵੀ ਆਰ ਰੀਡਿੰਗ ਮੋਰ ਐਂਡ ਮੋਰ ਰਿਲੀਜੀਅਸ ਟੈਕਸਟਸ ਐਂਡ ਡੂਇੰਗ ਨਥਿੰਗ, ਬਿਕੋਜ਼ ਉਹ ਸਿਰਫ ਸਾਡੀ ਈਗੋ ਨੂੰ ਹੀ ਅਸੀਂ ਵਧਾ ਰਹੇ ਹਾਂ। ਜੇ ਅਸੀਂ ਆਪਣੇ ਅੰਦਰ ਵਰਕ ਨਹੀਂ ਕਰ ਰਹੇ, ਆਪਣੇ ਅੰਦਰੋਂ ਮੈਲ ਨੂੰ ਨਹੀਂ ਕੱਢ ਰਹੇ, ਕੋਈ ਬਦਲਾਵ ਨਹੀਂ ਆ ਰਿਹਾ। ਲਰਨਿੰਗ ਇਜ਼ ਐਕਚੁਅਲੀ ਦ ਚੇਂਜ ਇਨ ਬਿਹੇਵੀਅਰ। ਜੇ ਸਾਡੇ ਬਿਹੇਵੀਅਰ 'ਚ ਬਦਲਾਵ ਨਹੀਂ ਆ ਰਿਹਾ, ਦੈਟ ਮੀਨਸ ਅੰਦਰੋਂ ਕੁਝ ਨਹੀਂ ਬਦਲ ਰਿਹਾ। ਤੇ ਜੇ ਸਿਰਫ ਬਿਹੇਵੀਅਰ 'ਚ ਇਹੀ ਬਦਲਾਵ ਆ ਰਿਹਾ ਕਿ ਮੈਂ ਉੱਥੇ ਵੀ ਜਾ ਆਇਆ, ਮੈਂ ਇੰਨੇ ਗ੍ਰੰਥ ਪੜ੍ਹ ਲਏ, ਮੈਂ ਇੰਨਾ ਪਾਠ ਕਰ ਲਿਆ, ਮੈਂ ਐਡਾ ਵੱਡਾ ਸਿੱਖ ਹੋ ਗਿਆ, ਤਾਂ ਇਹ ਨੈਗੇਟਿਵ ਚੇਂਜ ਇਨ ਬਿਹੇਵੀਅਰ ਹੈ, ਇਹ ਨੈਗੇਟਿਵ ਲਰਨਿੰਗ ਹੈ। ਗੁਰੂ ਸਾਨੂੰ ਕਹਿ ਰਹੇ ਨੇ ਕਿ ਪ੍ਰਮਾਤਮਾ ਕਿਸੇ ਵਿਸ਼ੇਸ਼ ਥਾਂ ਤੇ ਨਹੀਂ, ਕਿਤੇ ਦੂਰ ਨਹੀਂ, ਤੇਰੇ ਅੰਦਰ ਹੈ, ਐਂਡ ਯੂ ਹੈਵ ਟੂ ਸਰਚ ਇਟ ਵਿਦਿਨ ਯੂ। ਉਹਨੂੰ ਸਰਚ ਕਰਨ ਲਈ ਤੈਨੂੰ ਥੋੜਾ ਜਿਹਾ ਠਰਮੇ ਦੇ ਨਾਲ, ਟਿਕਾਓ ਦੇ ਨਾਲ ਡੇਲੀ ਆਪਣੇ ਆਪ ਤੇ ਵਰਕ ਕਰਨਾ ਪਏਗਾ। ਉਹ ਤੈਨੂੰ ਮਿਲ ਜਾਏਗਾ, ਬਿਲਕੁਲ ਮਿਲੇਗਾ। ਸੂਰਜ ਕਿਰਨ ਮਿਲੇ ਜਲ ਕਾ ਜਲ ਹੁਆ ਰਾਮ, ਜੋਤੀ ਜੋਤ ਰਲੀ ਸੰਪੂਰਨ। ਫਿਰ ਪੂਰਨਤਾ ਹੁੰਦੀ ਹੈ, ਫਿਰ ਕੰਪਲੀਸ਼ਨ ਹੁੰਦੀ ਹੈ ਜਦੋਂ ਅੰਦਰਲੀ ਜੋਤ ਨਾਲ ਅਸੀਂ ਮਿਲਦੇ ਹਾਂ, ਨਹੀਂ ਤੇ ਅਸੀਂ ਇਨਕੰਪਲੀਟ ਤੁਰੇ ਫਿਰਦੇ ਹਾਂ। ਦੈਟਸ ਵਾਈ ਆਊਟਰ ਥਿੰਗਸ, ਜਿੱਥੇ ਅਸੀਂ ਅਚੀਵਮੈਂਟਸ ਲੈਨੇ ਆ, ਭਾਵੇਂ ਇੱਕ ਦਿਨ 'ਚ 100 ਅਚੀਵਮੈਂਟ ਲੈ ਲਓ, ਸਕਸੈਸ ਲੈ ਲਓ, ਵੀ ਫੀਲ ਡਿਸਸੈਟਿਸਫਾਈਡ। ਅਸੀਂ ਕਦੀ ਵੀ ਕੰਪਲੀਟ ਫੀਲ ਨਹੀਂ ਕਰਦੇ, ਕਦੀ ਵੀ ਨਹੀਂ, ਕਦੀ ਵੀ ਦੇਖ ਲਓ। ਤਾਂ ਹੀ ਗੁਰੂ ਅਰਜਨ ਸਾਹਿਬ ਕਹਿੰਦੇ ਨੇ, ਸਹਿਸ ਖੱਟੇ ਲੱਖ ਕੋ ਉਠ ਧਾਵੈ। ਇੱਕ ਸਰਟਨ ਅਮਾਊਂਟ ਆਫ ਮਨੀ ਸਾਨੂੰ ਮਿਲ ਜੇ, ਉਹ ਵੀ 2 ਦਿਨ ਅਸੀਂ ਖੁਸ਼ ਹੁੰਦੇ ਹਾਂ, ਪਰ ਫਿਰ ਉਹ ਇਨਕੰਪਲੀਟ ਨਜ਼ਰ ਆਉਂਦੀ ਹੈ। ਅਸੀਂ ਚਾਹੁੰਦੇ ਇਸ ਤੋਂ ਵੀ ਵੱਧ ਹੋਵੇ, ਹੋਰ ਹੋਵੇ। ਉਹ ਕਦੀ ਵੀ ਕੰਪਲੀਸ਼ਨ ਨਹੀਂ ਹੁੰਦੀ। ਕੰਪਲੀਸ਼ਨ ਉਦੋਂ ਹੁੰਦੀ ਹੈ ਵੈਨ ਵੀ ਮੀਟ ਆਵਰ ਓਨ ਡਿਵਾਈਨ ਸੈਲਫ, ਜਿਹੜਾ ਸਾਡੇ ਅੰਦਰ ਵਾਹਿਗੁਰੂ ਹੈ। ਜਦੋਂ ਉਸ ਨੂੰ ਮਿਲਦੇ ਆ, ਜੋ ਕਿਸੇ ਜੰਗਲ ਵਿੱਚ ਨਹੀਂ, ਸਾਡੇ ਅੰਦਰ ਹਰ ਜਗ੍ਹਾ ਸਾਡੇ ਨਾਲ ਹੁੰਦਾ ਹੈ। ਸਤਿਗੁਰੂ ਜੀ ਅਖੀਰਲੀਆਂ 2 ਤੁਕਾਂ 'ਚ ਫਰਮਾਨ ਕਰਦੇ ਨੇ, ਬਾਹਰ ਭੀਤਰ ਏਕੋ ਜਾਨੋ। ਇਹ ਜਾਣੋ, ਤੁਹਾਡੇ ਬਾਹਰ ਵੀ ਤੇ ਤੁਹਾਡੇ ਅੰਦਰ ਵੀ, ਵਿਦਿਨ ਵਿਦਆਊਟ, ਅੰਦਰ ਬਾਹਰ ਇੱਕ ਪ੍ਰਮਾਤਮਾ ਹੀ ਹੈ, ਹੋਰ ਕੁਝ ਨਹੀਂ ਹੈ। ਇੱਕ ਓੰਕਾਰ। ਇੱਕ ਓੰਕਾਰ ਡਜ਼ਨਟ ਮੀਨ ਕਿ ਗॉड ਇਜ਼ ਵਨ। ਇੱਕ ਓੰਕਾਰ ਮੀਨਸ ਸਿਰਫ ਉਹੀ ਹੈ, ਹੋਰ ਕੋਈ ਹੈ ਹੀ ਨਹੀਂ। ਸਭ ਗੋਬਿੰਦ ਹੈ, ਮੇਰੇ ਅੰਦਰ ਵੀ ਬਾਹਰ ਵੀ। ਇਫ ਯੂ ਕਾਂਟ ਸੀ ਗॉड ਇਨ ਆਲ, ਯੂ ਕੈਨ ਨਾਟ ਸੀ ਗॉड ਐਟ ਆਲ। ਤੁਸੀਂ ਉਹਨੂੰ ਦੇਖ ਹੀ ਨਹੀਂ ਸਕਦੇ। ਅੰਤਰ ਬਾਹਰ ਭੀਤਰ ਏਕੋ ਜਾਨੋ, ਇਹੋ ਗੁਰ ਗਿਆਨ ਬਤਾਈ। ਗੁਰੂ ਦਾ ਗਿਆਨ ਸਾਨੂੰ ਇਹ ਦੱਸਦਾ ਹੈ, ਗੁਰੂਜ਼ ਵਿਜ਼ਡਮ, ਉਹ ਸਾਨੂੰ ਇੱਧਰ ਨੂੰ ਗਾਈਡ ਕਰਦਾ ਹੈ ਕਿ ਬਾਹਰ ਤੇ ਅੰਦਰ, ਹਰ ਜਗ੍ਹਾ, ਹਰ ਥਾਂ, ਐਵਰੀ ਪਲੇਸ, ਓਮਨੀ ਪ੍ਰੈਜ਼ੈਂਟ, ਉਹ ਵਾਹਿਗੁਰੂ ਹੈ। ਗੁਰੂ ਇਹ ਦੱਸ ਰਿਹਾ ਹੈ। ਹਾਂ, ਮੇਰੇ ਵਰਗੇ ਕੱਪੜੇ ਪਾ ਕੇ ਕੋਈ ਬਾਬਾ ਆਪਣੇ ਆਪ ਨੂੰ ਕੋਈ ਗਿਆਨੀ ਅਖਵਾਉਣ ਵਾਲਾ ਤੁਹਾਨੂੰ ਇਹ ਕਹਿ ਸਕਦਾ ਹੈ ਕਿ ਐਟ ਦੈਟ ਪਲੇਸ, ਉੱਥੇ ਜਾਓ ਤੇ ਉੱਥੇ ਤੁਹਾਡੇ ਤੇ ਜ਼ਿਆਦਾ ਕਿਰਪਾ ਹੋਏਗੀ। ਐਟ ਦੈਟ ਸਰਟਨ ਪਲੇਸ ਯੂ ਵਿਲ ਫਾਈਂਡ ਮੋਰ ਪੀਸ ਐਂਡ ਕੰਫਰਟ। ਉਹ ਸਿਰਫ ਕਹਿਣ ਦੀਆਂ ਗੱਲਾਂ ਨੇ। ਗੁਰੂ ਸਾਨੂੰ ਕੁਛ ਹੋਰ ਦੱਸ ਰਿਹਾ। ਸਤਿਗੁਰੂ ਦੀ ਬਾਣੀ ਦੇ ਵਿੱਚ ਭਗਤ ਕਬੀਰ ਜੀ ਦੀ ਸ਼ਬਦ ਅਸੀਂ ਜਦੋਂ ਪੜਾਂਗੇ ਤਾਂ ਅਸੀਂ ਜਾਣਾਂਗੇ। At the times of Bhagat Kabir ji, Banaras was, it was considered as a holy city, and if you die at Banaras, you will go to heaven. ਤੇ ਉਹਦੇ ਲਾਗੇ ਇੱਕ ਹੋਰ ਸ਼ਹਿਰ ਸੀ ਹਡਿੰਬਾ, if you die at that place, you will go to hell. ਪਰ ਭਗਤ ਜੀ ਸੇਜ਼, ਮੇਰੇ ਲਈ ਹਡਿੰਬਾ ਵੀ ਉਨਾ ਹੀ ਪਵਿੱਤਰ ਹੈ ਜਿੰਨਾ ਕਿ ਬਨਾਰਸ ਹੈ। ਸੋ ਜਿਹੜੇ ਗੁਰੂ ਕੇ ਸਿੱਖ ਨੇ, ਜਿਨ੍ਹਾਂ ਨੇ ਗੁਰੂ ਕੋਲੋਂ ਮੱਤ ਲਈ ਹੈ, ਉਹ ਇਹ ਜਾਣਦੇ ਨੇ ਕਿ ਜਿੱਥੇ ਜਾਏ ਬਹੈ ਮੇਰਾ ਸਤਿਗੁਰੂ, ਸੋ ਥਾਨ ਸੁਹਾਵਾ ਰਾਮ ਰਾਜੇ। ਜਿੱਥੇ ਮੇਰਾ ਗੁਰੂ ਹੈ,
ਉਹ ਥਾਂ ਸੋਹਣਾ ਹੈ, ਉਹ ਪਵਿੱਤਰ ਹੈ। ਗੁਰੂ ਨੇ ਗੁਰੂ ਦੇ ਗਿਆਨ ਨੇ ਇਹ ਦੱਸ ਦਿੱਤਾ। ਤੇ ਗੁਰੂ ਕਿੱਥੇ ਹੈ? ਜਿੱਥੇ ਵੀ ਅਸੀਂ ਗੁਰਬਾਣੀ ਪੜ੍ਹਦੇ ਹਾਂ, wherever we remember the words of our Guru, wherever we remember the wisdom, the teachings of our Guru, ਉੱਥੇ ਗੁਰੂ ਹੈ। ਉਹੀ ਥਾਂ ਸੋਹਣਾ ਆ, ਉਹੀ ਥਾਂ ਪਵਿੱਤਰ ਹੈ। ਉਹ ਪਰਮਾਤਮਾ ਕਿਸੇ ਇੱਕ ਜਗ੍ਹਾ ਤੇ ਨਹੀਂ, ਬਾਹਰ ਭੀਤਰ, ਅੰਦਰ ਬਾਹਰ ਏਕੋ ਜਾਣੋ, ਇੱਕ ਪਰਮਾਤਮਾ ਨੂੰ ਜਾਣੋ। ਇਹ ਗੁਰ ਗਿਆਨ ਬਤਾਈ ਜਨ ਨਾਨਕ ਬਿਨ ਆਪਾ ਚੀਨੈ। ਜਿਹੜੀ ਹੁਣੇ ਅਸੀਂ ਗੱਲ ਕੀਤੀ, ਆਪਣੇ ਆਪ ਦਾ ਐਨਾਲਿਸਿਸ, ਆਪਣੇ ਆਪ ਦੀ ਖੋਜ ਕੀਤੇ ਬਿਨਾ, ਗੁਰੂ ਜੀ ਸੇਜ਼ ਕਹੋ ਜਨ ਨਾਨਕ ਬਿਨ ਆਪਾ ਚੀਨੇ, ਵਿਦਾਊਟ ਸਰਚਿੰਗ ਯੋਰ ਓਨ ਸੈਲਫ, ਤੁਸੀਂ ਉਸ ਭਰਮ ਤੋਂ ਨਹੀਂ ਨਿਕਲ ਸਕਦੇ। ਮਿਟੈ ਨਾ ਭਰਮ ਕੀ ਕਾਈ, ਉਹ ਕਾਈ ਜੰਮੀ ਹੋਈ ਹੈ, ਉਹ ਨਹੀਂ ਨਿਕਲਦੀ ਜਦੋਂ ਤੱਕ ਅਸੀਂ ਆਪਣੀ ਸਰਚ ਨਹੀਂ ਕਰਦੇ। ਅੰਦਰ ਕਾਈ ਜੰਮੀ ਹੈ, ਕੂੜ ਨਾਲ ਭਰੇ ਹੋਏ ਆ। ਜਦੋਂ ਤੱਕ ਉਹ ਕੂੜ ਦੀ ਕੰਧ ਹੈਗੀ ਆ, ਕਿ ਉਹ ਕੂੜ ਹੈ ਟੁੱਟੇ ਪਾਲ, ਉਹ ਪੱਲਾ ਜਦੋਂ ਤੱਕ ਅੰਦਰ ਹੈਗਾ ਆ, ਉਹ ਭਰਮ ਦਾ, ਉਹ ਭੁਲੇਖਿਆਂ ਦਾ, ਉਹ ਵਿਕਾਰਾਂ ਦਾ, ਜਦੋਂ ਤੱਕ ਉਹ ਨਹੀਂ ਹਟੇਗਾ, ਉਹ ਕਿੱਦਾਂ ਹਟੇਗਾ? ਬਿਨ ਆਪਾ ਚੀਨੇ ਨਹੀਂ ਹਟਣਾ। ਬਿਨਾ ਆਪਣੀ ਖੋਜ ਕੀਤੇ ਬਿਨਾ ਉਸ ਨੂੰ ਨਹੀਂ ਹਟਾਇਆ ਜਾ ਸਕਦਾ। ਯੂ ਹੈਵ ਟੂ ਵਰਕ ਅਪਨ ਯੋਰ ਸੈਲਫ। ਕਿਹੜੇ ਤਰੀਕੇ ਨਾਲ ਕਰਾਂਗੇ? ਗੁਰੂ ਦੇ ਗਿਆਨ ਦੇ ਨਾਲ। ਵਟ ਗੁਰੂ ਟੀਚੇਜ਼ ਅਸ, ਜਦੋਂ ਅਸੀਂ ਉਹਨੂੰ ਇੰਟਰਨਲਾਈਜ਼ ਕਰਦੇ ਹਾਂ, ਵੀ ਵਰਕ ਅਪਨ ਆਵਰ ਸੈਲਫ, ਅਸੀਂ ਆਪਣੇ ਆਪ ਤੇ ਵਰਕ ਕਰਦੇ ਹਾਂ। ਤਿੱਥੇ ਘੜੀਐ ਸੁਰਤ ਮਤ ਮਨ ਬੁੱਧ, ਐਂਟਾਇਰਿਟੀ ਦੇ ਵਿੱਚ ਅਸੀਂ ਆਪਣੇ ਕੌਨਸ਼ੀਅਸਨੈਸ ਨੂੰ, ਆਪਣੇ ਮਾਈਂਡ ਦੇ ਉੱਤੇ ਵਰਕ ਕਰਦੇ ਹਾਂ, ਡਿਵਿਨਿਟੀ ਵੱਲ ਲੈ ਕੇ ਜਾਂਦੇ ਹਾਂ, ਗੁੱਡਨੈਸ ਵੱਲ, ਵਰਚੂਜ਼ ਵੱਲ ਲੈ ਕੇ ਜਾਂਦੇ ਹਾਂ। ਤੇ ਉਦੋਂ ਹੀ ਅੰਦਰੋਂ ਇਹ ਜਿਹੜਾ ਜਿੰਨਾ ਭਰਮ ਹੈ, ਜਿੰਨਾ ਹਨੇਰਾ ਆ, ਜਿੰਨਾ ਕੂੜ ਹੈ, ਵਾਇਸਿਸ ਦਾ ਸਾਰਾ ਕੁਝ, ਇਹ ਸਭ ਉਦੋਂ ਮੁੱਕਦਾ ਹੈ। ਤੇ ਇਹ ਜਦੋਂ ਭਰਮ ਮੁੱਕਦਾ ਹੈ ਤੇ ਫਿਰ ਸਮਝ ਆਉਂਦਾ ਹੈ ਕਿ ਮਨ ਸਾਚਾ ਮੁਖ ਸਾਚਾ ਸੋਏ ਅਵਰ ਨਾ ਪੇਖੈ, ਏਕਸ ਬਿਨ ਕੋਏ ਨਾਨਕੇ ਲੱਛਣ ਬ੍ਰਹਮ ਗਿਆਨੀ ਹੋਏ। ਫਿਰ ਬ੍ਰਹਮ ਦਾ ਗਿਆਨ ਹੁੰਦਾ ਹੈ। ਫਿਰ ਪਤਾ ਲੱਗਦਾ ਹੈ ਕਿ ਇਹ ਜੋ ਸਤਿਗੁਰੂ ਕਹਿ ਰਹੇ ਨਾ ਕਿ ਪੁਪ ਮਦ ਜਿਉ ਬਾਸ ਬਸਤ ਹੈ ਮੁਕਰ ਮਾਹੇ ਜੈਸੇ ਛਾਈ, ਇਹ ਐਕਸਪੀਰੀਅੰਸ ਉਦੋਂ ਹੁੰਦਾ, ਇਹ ਫੀਲਿੰਗ ਉਦੋਂ ਆਉਂਦੀ ਹੈ। ਫਿਰ ਸਾਰੀ ਜਗ੍ਹਾ ਤੇ, ਹਰ ਥਾਂ, ਸਾਰਿਆਂ ਦੇ ਵਿੱਚ ਇੱਕ ਵਾਹਿਗੁਰੂ ਨਜ਼ਰ ਆਉਣ ਲੱਗ ਜਾਂਦਾ ਹੈ। ਹਾਊ ਕੈਨ ਆਈ ਸੀ ਗੋਡ ਇਨ ਆਲ? ਉਹ ਇਸ ਤਰ੍ਹਾਂ ਹੋਏਗਾ ਕਿ ਗੁਰੂ ਦੇ ਗਿਆਨ ਦੇ ਨਾਲ ਮੈਂ ਆਪਣੇ ਮਨ ਤੇ ਵਰਕ ਕਰਾਂ। ਮੇਰੇ ਅੰਦਰ ਜੋ ਵਾਈਸਿਸ, ਜੋ ਮੈਲਿਸ ਹੈ, ਜੋ ਵੀਕਨੈਸਿਸ ਨੇ, ਉਹਨਾਂ ਨੂੰ ਮੈਂ ਗੁਰੂ ਦੇ ਗਿਆਨ ਦੇ ਨਾਲ ਕੱਢ ਦੇਵਾਂ। ਫਿਰ ਜਦੋਂ ਉਹ ਨਿਕਲਣਗੀਆਂ ਤੇ ਮੇਰੇ ਉਹ ਭਰਮ ਜਿਹੜੇ ਨੇ ਉਹ ਮੁੱਕਦੇ ਰਹਿਣਗੇ ਕਿ ਖਰੇ ਰੱਬ ਕਿਸੇ ਜੰਗਲ ਵਿੱਚ, ਕਿਸੇ ਮਾਊਂਟੇਨ ਤੇ, ਕਿਸੇ ਕੇਵ ਵਿੱਚ ਬੈਠਾ ਆ। ਫਿਰ ਉਹ ਭਰਮ ਮੁੱਕ ਜਾਏਗਾ। ਫਿਰ ਸਮਝ ਆ ਜਾਏਗਾ ਕਿ ਕੋਈ ਮੇਰੇ ਤੋਂ ਵੱਖਰਾ ਨਹੀਂ, ਸਾਰਿਆਂ ਵਿੱਚ ਇੱਕ ਵਾਹਿਗੁਰੂ ਹੈ, ਮੇਰੇ ਅੰਦਰ ਬਾਹਰ ਭੀਤਰ ਇੱਕੋ ਜਾਣੂ। ਫਿਰ ਇੱਕ ਹੀ ਨਜ਼ਰ ਆਉਣ ਲੱਗਿਆ। ਸਤਿਗੁਰੂ ਕਿਰਪਾ ਕਰੇ ਸਾਡੇ ਇਹ ਭਰਮ ਮੁੱਕਣ, ਸਾਨੂੰ ਹਰ ਥਾਂ ਉਸ ਵਾਹਿਗੁਰੂ ਦੇ ਦਰਸ਼ਨ ਹੋਣ, ਉਹ ਅਹਿਸਾਸ, ਉਹ ਐਕਸਪੀਰੀਅੰਸ ਸਾਨੂੰ ਆਵੇ। ਗੁਰੂ ਕਿਰਪਾ ਕਰੇ, ਗੁਰੂ ਦੇ ਸ਼ਬਦ ਦਾ ਭਾਵ ਸਾਡੇ ਹਿਰਦਿਆਂ 'ਚ ਵਸੇ। ਭੁੱਲ ਚੁੱਕ ਦੀ ਖਿਮਾ, ਗੱਜ ਕੇ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।